ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇ YouTube ਚੈਨਲ ਅਕਾਲ ਆਡੀਓ ਬੁੱਕਸ ਤੇ ਤੁਸੀਂ ਸੁਣ ਰਹੇ ਹੋ ਲੇਖਕ ਸਰਦਾਰ ਕਪੂਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਰਾਜ ਕਰੇਗਾ ਖਾਲਸਾ ਤੇ ਹੋਰ ਨਿਬੰਧ ਦਾ 15ਵਾਂ ਅਧਿਆਇ ਸਿੱਖ ਇਸਲਾਮ ਸੰਘਰਸ਼ ਦਾ ਸਿਧਾਂਤਕ ਪਿਛੋਕੜ। ਪਿਛਲੇ ਅਧਿਆਇ ਰਾਜ ਕਰੇਗਾ ਖਾਲਸਾ ਵਿੱਚ ਲੇਖਕ ਨੇ ਪੁਰਾਤਨ ਇਤਿਹਾਸ ਦਾ ਹਵਾਲਾ ਦੇ ਕੇ ਦੱਸਿਆ ਕਿ ਰਾਜਨੀਤੀ ਅਤੇ ਧਾਰਮਿਕ ਸ਼ਕਤੀ ਦੇ ਸੁਮੇਲ ਤੋਂ ਹੀ ਖਾਲਸਾ ਬਣਿਆ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸੁਭਾਗ ਮੁਖਤਾਰ ਬਿਨ ਤੋਂ ਉਚਾਰਨ ਹੋਏ ਸ਼ਬਦ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਦੇ ਅਸਲੀ ਅਰਥ ਸਮਝਾਏ। ਤੇ ਹੁਣ ਸ਼ੁਰੂਆਤ ਕਰਦੇ ਹਾਂ 15ਵਾਂ ਅਧਿਆਇ ਜਿਸ ਦਾ ਨਾਮ ਹੈ ਸਿੱਖ ਇਸਲਾਮ ਸੰਘਰਸ਼ ਦਾ ਸਿਧਾਂਤਕ ਪਿਛੋਕੜ। ਇਸਲਾਮ ਦੇ ਸੂਫੀ ਮਤ ਦੇ ਦੋ ਸਿਧਾਂਤਕ ਸੰਪਰਦਾਇ ਅਥਵਾ ਮਜ਼ਹਬ ਹਨ ਅਤੇ 2 ਦਰਜਨ ਤੋਂ ਵੱਧ ਅਖਾੜੇ ਅਥਵਾ ਸਿਲਸਿਲੇ। ਸ਼ੇਖ ਸਰਹੰਦੀ ਮੁਜੀਦ ਹਿੰਦੁਸਤਾਨ ਦੇ ਵਿੱਚ ਸੂਫੀ ਮਤ ਦੀ ਇੱਕ ਸੰਪਰਦਾਇ ਦਾ ਪ੍ਰਚੰਡ ਮਹੰਤ ਸੀ ਅਤੇ ਦੂਸਰੀ ਦਾ ਕੱਟੜ ਵਿਰੋਧੀ। ਅਤੇ ਮੁਗਲ ਰਾਜ ਦਰਬਾਰ ਦੇ ਖੇਤਰ ਵਿੱਚ ਜੋ ਰਾਜਨੀਤਿਕ ਸੰਘਰਸ਼ ਚੱਲਦੇ ਰਹੇ ਉਹ ਦਰਅਸਲ ਇਹਨਾਂ ਦੋਹਾਂ ਸੂਫੀ ਸੰਪਰਦਾਵਾਂ ਦਾ ਘੋਲ ਸਨ, ਜਿਨ੍ਹਾਂ ਦੇ ਝੰਡਾ ਬਰਦਾਰ ਤੇ ਮੁਹੈਲੀ 17ਵੀਂ ਸਦੀ ਦੇ ਆਰੰਭ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵੇਲੇ ਇਹ ਮੁਜੱਜਦ ਇੱਕ ਪਾਸੇ ਅਤੇ ਹਜ਼ਰਤ ਮੀਆਂ ਮੀਰ ਦੂਜੇ ਪਾਸੇ ਸਨ। ਅਤੇ ਇਸੇ ਘੋਲ ਤੇ ਸੰਘਰਸ਼ ਵਿੱਚ ਸਿੱਖੀ ਦਾ ਉਥਾਨ ਤੇ ਇਤਿਹਾਸ ਵਲੇਟਿਆ ਗਿਆ ਅਤੇ ਪ੍ਰਵਾਨ ਚੜਿਆ। ਸੂਫੀ ਮਤ ਅਤੇ ਇਸਲਾਮ ਦਾ ਅੰਤਰ ਕੀ ਹੈ? ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਸੂਫੀ ਮਤ ਦੀ ਨੀਂਹ ਰੱਖਣ ਵਾਲੇ ਹਜ਼ਰਤ ਮੁਹੰਮਦ ਸਾਹਿਬ ਦੇ ਉਹ ਚੇਲੇ ਸਨ, ਜਿਨ੍ਹਾਂ ਨੂੰ ਕਿ ਹਜ਼ਰਤ ਮੁਹੰਮਦ ਸਾਹਿਬ ਦੇ ਇਸ ਦਾਅਵੇ ਨਾਲ ਅਸਹਿਮਤੀ ਸੀ ਕਿ ਉਹ ਸੰਸਾਰ ਦੇ ਵਿੱਚ ਆਖਰੀ ਨਬੀ ਹਨ। ਸੂਫੀ ਮਤ ਕੁਰਾਨ ਸ਼ਰੀਫ ਦੀ ਭੂਮੀ ਅਤੇ ਵਾਤਾਵਰਣ ਦੀ ਹੀ ਉਪਜ ਹੈ। ਇਸ ਬਾਰੇ ਤਾਂ ਦੋ ਰਾਵਾਂ ਹੋ ਸਕਦੀਆਂ ਹਨ, ਪਰ ਇਸ ਵਿੱਚ ਕਿੰਤੂ ਨਹੀਂ ਕਿ ਧਾਰਮਿਕ ਕਿਰਿਆ ਕਰਮਾਂ ਨੂੰ ਫੋਕੜ ਅਤੇ ਉਹਨਾਂ ਦੇ ਗੋਹਜ ਮਰਮ ਨੂੰ ਤੱਤ ਕਰਕੇ ਜਾਣਨਾ ਅਤੇ ਪਰਮ ਸਤ ਵਾਹਿਗੁਰੂ ਅਕਾਲ ਪੁਰਖ ਦੀ ਅਗਾਧ ਸ਼ਰਧਾ ਭਗਤੀ ਜੋ ਕਿ ਸੂਫੀ ਮਤ ਦੀ ਨੀਂਹ ਦੀਆਂ ਦੋ ਪਹਿਲੀਆਂ ਇੱਟਾਂ ਹਨ, ਹਜ਼ਰਤ ਮੁਹੰਮਦ ਸਾਹਿਬ ਦੇ ਸ਼ਖਸੀ ਜੀਵਨ ਉੱਤੇ ਹੀ ਆਧਾਰਿਤ ਹਨ। ਹਜ਼ਰਤ ਮੁਹੰਮਦ ਸਾਹਿਬ ਹਰ ਵਰੇ ਮੱਕੇ ਦੇ ਨੇੜੇ ਹੀਰਾ ਨਾਮੀ ਗੁਫਾ ਵਿੱਚ ਧਿਆਨ ਸਮਾਧੀ ਦੇ ਸਾਧਨਾ ਨਾਲ ਜਾਇਆ ਕਰਦੇ ਸਨ ਅਤੇ ਉਹਨਾਂ ਦੇ ਨਿੱਜੀ ਮਸਜਿਦ ਵਿੱਚ ਕੋਈ 70 ਕੁ ਮੁਸਲਮਾਨ ਸਾਧੂ ਅਹਿਲ ਸੁਹਫ ਨਿਵਾਸ ਰੱਖਦੇ ਸਨ, ਜਿਨ੍ਹਾਂ ਨੇ ਕਿ ਸੰਸਾਰ ਦਾ ਪੂਰਨ ਤਿਆਗ ਕੀਤਾ ਹੋਇਆ ਸੀ ਅਤੇ ਜੋ ਦਿਨ ਰਾਤ ਪ੍ਰਭੂ ਦੇ ਧਿਆਨ ਅਤੇ ਭਗਤੀ ਵਿੱਚ ਰਹਿੰਦੇ ਸਨ। ਹਜ਼ਰਤ ਮੁਹੰਮਦ ਸਾਹਿਬ ਦੇ 4 ਯਾਰਾਂ ਵਿੱਚੋਂ 2 ਅਬੂ ਯਰ ਗਿਫਾਰ ਮ੍ਰਿਤੂ 652 ਅਤੇ ਹੁਜ਼ੈਫਾ ਮ੍ਰਿਤੂ 657 ਧਿਆਨ ਪਰਪਕ ਸਾਧੂ ਪ੍ਰਸਿੱਧ ਸਨ। ਹਜ਼ਰਤ ਮੁਹੰਮਦ ਸਾਹਿਬ ਦੀ ਮ੍ਰਿਤੂ 632 ਤੋਂ 3 ਸਦੀਆਂ ਪਿੱਛੋਂ ਤੱਕ ਸੂਫੀ ਮਤ ਇਸਲਾਮ ਵਿੱਚ ਵਿਕਸਦਾ ਅਤੇ ਮੁਲਦਾ ਰਿਹਾ। ਪਰ 10ਵੀਂ ਸਦੀ ਦੇ ਆਰੰਭ ਵਿੱਚ ਜਦੋਂ ਮਨਸੂਰ ਅਲ ਹਲਾਜ਼ ਮ੍ਰਿਤੂ 921 ਨੇ ਆਤਮਾ ਤੇ ਪਰਮਾਤਮਾ ਦੀ ਅਭੇਦਤਾ ਜੀਵੋ ਬ੍ਰਹਮੈਵ ਨਪਰ ਦੀ ਖੁੱਲ੍ਹ ਕੇ ਗੱਲ ਕੀਤੀ ਤੇ ਅਨਲ ਹਕ ਮਹਾਵਾਕ ਉਚਾਰਿਆ, ਤਦ ਇਸਲਾਮ ਤੇ ਸੂਫੀ ਮਤ ਦੀ ਸਿੱਧੀ ਪ੍ਰਚੰਡ ਟੱਕਰ ਹੋ ਉੱਠੀ, ਜਿਸ ਦੇ ਸਿੱਟੇ ਵਜੋਂ ਮਨਸੂਰ ਨੂੰ ਸੂਲੀ ਚਾੜਿਆ ਗਿਆ। ਮਨਸੂਰ ਤੋਂ ਪਹਿਲਾਂ ਸੂਫੀ ਮਤ ਦੇ ਧਾਰਨੀ ਬੜੇ ਮਹਾਨ ਸਾਧੂ ਸੰਤ ਜਿਹਾ ਕਿ ਇਮਾਮ ਹਸਨ ਬਸਰੀ ਮ੍ਰਿਤੂ 728, ਇਬਰਾਹਿਮ ਬਿਨ ਅਦਮ ਮ੍ਰਿਤੂ 777, ਅਬੂ ਹਸਨ ਮ੍ਰਿਤੂ 777, ਬੀਬੀ ਰਾਬੀਆ ਮ੍ਰਿਤੂ 776 ਹੋ ਚੁੱਕੇ ਸਨ ਅਤੇ ਸੂਫੀ ਮਤ ਵਿੱਚ ਮਨਤੰਤਰ ਪੰਦਾ ਦੀ ਨੀਂਹ ਰੱਖਣ ਵਾਲੇ ਚਿੰਤਕ ਬਾਨੀਏ ਗਰੋਹ ਵੀ ਬੜੇ ਵਿਦਵਾਨ ਹੋ ਚੁੱਕੇ ਸਨ, ਜਿਹਾ ਕਿ ਮਾਰੂਫ ਕੁਰਕੀ ਨਿਰਬੀਜ ਸਮਾਧੀ ਦੇ ਸਿਧਾਂਤ ਦੀ ਵਿਆਖਿਆ ਕਰਨ ਵਾਲੇ ਸਾਰੀ ਸ਼ਾਕਤੀ ਮ੍ਰਿਤੂ 1870, ਏਕਮ ਸਤ ਦੁਤੀਆ ਨਾ ਸਤ ਤਵਹੀਦ ਦੇ ਵਿਆਖਿਅਕ ਆਦ। ਪਰ ਮਨਸੂਰ ਦੇ ਸੂਲੀ ਚੜ੍ਹਨ ਪਿੱਛੋਂ ਸੂਫੀ ਮਤ ਨੂੰ ਬਹੁਤ ਚੁਕੰਨਾ ਅਤੇ ਮੁਹਤਾਤ ਹੋਣਾ ਪੈ ਗਿਆ ਤਾਂ ਜੋ ਅਜਿਹਾ ਬਚਨ ਜਾਂ ਮਹਾਵਾਕ ਮੂੰਹੋਂ ਨਾ ਨਿਕਲ ਜਾਵੇ ਜਿਸ ਉੱਤੇ ਇਹ ਕਿੰਤੂ ਉੱਠ ਸਕੇ ਕਿ ਸੂਫੀ ਮਤ ਕੁਰਾਨ ਸ਼ਰੀਫ ਦੇ ਅਨੁਕੂਲ ਨਹੀਂ ਜਾਂ ਇਸਲਾਮੀ ਸ਼ਰਾ ਅਥਵਾ ਕਰਮਕਾਂਡ ਦਾ ਵਿਰੋਧ ਕਰਦਾ ਹੈ।
ਇਸਲਾਮ ਦੀ ਇਸ ਰਾਜਸੀ ਪ੍ਰਚੰਡਤਾ ਤੇ ਦਬਾ ਦੇ ਸਿੱਟੇ ਵਜੋਂ ਸੂਫੀ ਮਤ ਨੂੰ ਜੀਵਿਤ ਰਹਿਣ ਅਤੇ ਸਵੈ ਰੱਖਿਆ ਲਈ ਦੋ ਆਸਰੇ ਜਾਂ ਟੇਕਾਂ ਸਿਰਜਣੀਆਂ ਪਈਆਂ। ਇੱਕ ਤਾਂ ਇਹ ਕਿ ਸੂਫੀ ਮਤ ਦੇ ਇਸਲਾਮ ਤੇ ਕੁਰਾਨ ਸ਼ਰੀਫ ਨਾਲ ਸਿੱਧੇ ਟਕਰਾਉਣ ਵਾਲੇ ਸਿਧਾਂਤਾਂ ਮਸਲਿਆਂ ਦਾ ਵਰਣਨ ਜਾਂ ਵਿਆਖਿਆ ਸਿੱਧੀ ਸਪਸ਼ਟ ਭਾਸ਼ਾ ਵਿੱਚ ਕਰਨੀ ਬੰਦ ਕਰ ਦਿੱਤੀ ਗਈ ਅਤੇ ਸੰਧਿਆ ਭਾਸ਼ਾ ਦਾ ਪ੍ਰਯੋਗ ਆਰੰਭ ਤੇ ਪ੍ਰਚਲਿਤ ਹੋ ਗਿਆ, ਜਿਸ ਵਿੱਚ ਸ਼ਰਾਬ, ਸਾਕੀ, ਮੈਖਾਨਾ ਜਾਂ ਮੌਸਮੇ ਬਹਾਰ, ਮਾਸ਼ੂਕ, ਵਿਸਾਲ ਆਦਿ ਸ਼ਬਦਾਵਲੀ ਸੂਫੀ ਮਤ ਦੇ ਸਿਧਾਂਤਾਂ ਨੂੰ ਪ੍ਰਚਾਰਨ ਲਈ ਵਰਤੀ ਜਾਣ ਲੱਗੀ। ਸ਼ਰਾਬ ਚਿੱਤ ਨੂੰ ਖੁਸ਼ ਕਰਨ ਵਾਲੀ ਹੈ ਅਤੇ ਬਸੰਤ ਰਿਤੂ ਦੀ ਮੰਦ ਪਾਉਣ ਨਾਲ ਪੁਸ਼ਪ ਵਰਸ਼ਾ ਵੀ ਆਲੇ ਦੁਆਲੇ ਘਾਹ ਉੱਤੇ ਹੀ ਹੋ ਰਹੀ ਹੈ। ਪਰ ਮੰਦ ਪੀਣ ਵਾਲੇ ਵੀਣਾ ਦਾ ਸੰਗੀਤ ਬੰਦ ਕਰ, ਕਿਉਂ ਜੋ ਰਾਜ ਤੇਜ ਕਰਮ ਕਾਂਡ ਦੀ ਰੱਖਿਆ ਹਿਤ ਪ੍ਰਚੰਡ ਹੋ ਉਠਿਆ। ਸ਼ਰਾਬ ਦੇ ਪਿਆਲੇ ਨੂੰ ਵੀ ਆਪਣੇ ਧਾਰਮਿਕ ਚੋਲੇ ਦੀ ਸ਼ਰਿਆਈ ਆਸਤੀਨ ਵਿੱਚ ਲੁਕਾ ਲੈ। ਤੈਨੂੰ ਦਿਸਦਾ ਨਹੀਂ ਕਿ ਸਮੇਂ ਦੀਆਂ ਅੱਖਾਂ ਵਿੱਚੋਂ ਕੋਪ ਨਾਲ ਗੂੜੇ ਸ਼ਰਾਬੀ ਰੰਗ ਦਾ ਲਹੂ ਡਿੱਗ ਰਿਹਾ ਹੈ। ਦੂਜੀ ਟੇਕ ਜੋ ਸੂਫੀ ਮਤ ਨੇ ਇਸਲਾਮ ਦੇ ਸ਼ਰਈ ਰਾਜਕੋਪ ਤੋਂ ਬਚਣ ਲਈ ਅਪਣਾਈ, ਉਹ ਇਹ ਸੀ ਕਿ ਦਾਰਸ਼ਨਿਕ ਵਿਚਾਰ ਤੇ ਸ਼ਾਸਤਰਾਰਥ ਦੁਆਰਾ ਇਹ ਸਿੱਧ ਕਰਨ ਦੇ ਮਹਾਨ ਯਤਨ ਕੀਤੇ ਗਏ ਕਿ ਸੂਫੀ ਮਤ ਕੁਰਾਨ ਸ਼ਰੀਫ ਦੇ ਅਨੁਕੂਲ ਹੈ। ਇਸਲਾਮੀ ਕਰਮਕਾਂਡ ਸ਼ਰਅ ਦਾ ਵਿਰੋਧੀ ਤੇ ਨਿਰੋਧੀ ਨਹੀਂ, ਸਖਾ ਤੇ ਸਹਾਇਕ ਹੈ। 13ਵੀਂ ਸਦੀ ਵਿੱਚ ਸੂਫੀ ਮਤ ਦੇ ਗਗਨ ਵਿੱਚ ਤਿੰਨ ਮਹਾਨ ਹਸਤੀਆਂ ਚੰਦਰਵਤ ਪ੍ਰਕਾਸ਼ਮਾਨ ਹੋਈਆਂ, ਜਿਨ੍ਹਾਂ ਨੇ ਕਿ ਸੂਫੀ ਮਤ ਨੂੰ ਸੰਪੂਰਨ ਦਰਸ਼ਨ ਸਿਧਾਂਤ, ਸੰਪੰਨ ਸਾਧਨ ਵਿਧੀ ਅਤੇ ਜੀਵਨ ਭਰਪੂਰ ਭਾਵਕਤਾ ਪ੍ਰਦਾਨ ਕੀਤੀ। ਇਹ ਤਿੰਨ ਚੰਦਰਾਤਮਾ ਪੁਰਸ਼ ਹਨ। ਸ਼ੇਖ ਮੁਹਈਉੱਦੀਨ ਇਬਨ ਅਰਬੀ 1165 ਤੋਂ 1240, ਸ਼ੇਖ ਸੁਹਾਬੁਦੀਨ ਸੁਹਰਵਰਦੀ ਮ੍ਰਿਤਿੂ 1234 ਅਤੇ ਮਵਲੈਨਨ ਜਲਾਲੁਦੀਨ ਰੂਮੀ ਮ੍ਰਿਤਿੂ 1273। ਇਬਨ ਅਰਬੀ ਦੀਆਂ ਅਨੇਕਾਂ ਰਚਨਾਵਾਂ ਵਿੱਚੋਂ ਦੋ ਪੁਸਤਕ ਜਗਤ ਪ੍ਰਸਿੱਧ ਹਨ, ਫਤੂਹਾਤ ਮੱਕਾ ਅਤੇ ਫਿਸੂਲ ਹਕੀਮ। ਇਹਨਾਂ ਪੁਸਤਕਾਂ ਵਿੱਚ ਇਸ ਮਹਾਨ ਦਰਸ਼ਨਵੇਤਾ ਨੇ ਪਰਮ ਤੱਤ ਸੱਤ ਬਾਰੇ ਜਿਸਦਾ ਸਿਧਾਂਤ ਦਾ ਪ੍ਰਚਾਰ ਕੀਤਾ ਹੈ, ਉਸ ਦੀ ਸੰਗਿਆ ਹੈ ਵਹਿਦਤ ਲਵਜੂਦ। ਇਹ ਉਹ ਸਿਧਾਂਤ ਹੈ ਜੋ ਗੁਰਮਤ ਦੇ ਮੂਲ ਮੰਤਰ ਵਿੱਚ ਅੰਕਿਤ ਹੈ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜਿਸ ਸਮੇਂ ਸੁਖਮਨੀ ਦੀ ਰਚਨਾ 16ਵੀਂ ਅਸ਼ਟਪਦੀ ਤੱਕ ਹੋ ਚੁੱਕੀ ਤਾਂ ਗੁਰੂ ਅਰਜਨ ਦੇਵ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨਾਂ ਨੂੰ ਗਏ ਅਤੇ ਉਹਨਾਂ ਨੂੰ ਬਿਨੈ ਕੀਤੀ ਕਿ ਉਹ 17ਵੀਂ ਅਸ਼ਟਪਦੀ ਦੇ ਸ਼ਿਲਾ ਆਧਾਰ ਸ਼ਲੋਕ ਦਾ ਆਵੇਸ਼ ਦੇਣ। ਤਦ ਬਾਬਾ ਸ਼੍ਰੀ ਚੰਦ ਨੇ ਠੀਕ ਅਨੁਭਵ ਕਰਕੇ ਇਹੋ ਹਿੰਦੁਸਤਾਨ ਦੇ ਵਿੱਚ ਵਰਤਮਾਨ ਕਾਲ ਦੀ ਸਮੱਸਿਆ ਹੈ, ਗੁਰਮਤ ਦੇ ਮੂਲ ਮੰਤਰ ਦੀ ਇਸੇ ਪੰਕਤੀ ਦਾ ਉਚਾਰਨ ਕੀਤਾ ਸੀ। ਇਸ ਲਈ ਗੁਰੂ ਅਰਜਨ ਦੇਵ ਜੀ ਨੇ ਜਿਸ ਸਿਧਾਂਤ ਦੀ ਵਿਆਖਿਆ ਸੁਖਮਨੀ ਦੀ 17ਵੀਂ ਅਸ਼ਟਪਦੀ ਵਿੱਚ ਕੀਤੀ ਹੈ, ਉਹ ਵਹਿਦਤ ਲਵਜੂਦ ਦਾ ਸਿਧਾਂਤ ਹੀ ਹੈ। ਦਰਸ਼ਨ ਸਤ ਪੇਖਨਹਾਰ, ਨਾਮ ਸਤ ਸਤ ਧਿਆਵਨਹਾਰ, ਆਪ ਸਤ ਸਤ ਸਬਤਾਰੀ, ਬੂਝਨਹਾਰ ਕੋ ਸਤ ਹੋਏ। ਸ੍ਰਿਸ਼ਟੀ ਅਤੇ ਸ੍ਰਿਸ਼ਤਾ ਇੱਕੋ ਪ੍ਰਧਾਨ ਧਰਮ ਦੇ ਰੂਪ ਹਨ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਉਪਨਿਸ਼ਦਾਂ ਦੇ ਸ੍ਰਿਸ਼ਟੀ ਵਾਕ ਸਿਧਾਂਤ ਵਿੱਚ ਇਸ ਮਹਾਨ ਗੁਰਮਤ ਸਿਧਾਂਤ ਅਤੇ ਵਹਿਦਤ ਲਵਜੂਦ ਦੇ ਮਸਲੇ ਦੀਆਂ ਜੜ੍ਹਾਂ ਹਨ। ਇਬਨੀ ਅਰਬੀ ਦੇ ਦਾਰਸ਼ਨਿਕ ਸਿਧਾਂਤ ਉਸ ਦੀ ਮ੍ਰਿਤੀ ਤੋਂ ਥੋੜਾ ਸਮਾਂ ਬੀਤਣ ਉਪਰੰਤ ਹੀ ਭਾਰਤ ਵਿੱਚ ਫਾਰਸੀ ਦੇ ਕਵੀ ਇਰਾਕੀ ਮ੍ਰਿਤਿੂ 1299 ਰਾਹੀਂ ਪੁੱਜ ਗਏ ਸਨ। ਦਿੱਲੀ ਦੇ ਸੁਲਤਾਨਾ ਮੁਹੰਮਦ ਬਿਨ ਤੁਗਲਕ ਅਤੇ ਫਿਰੋਜ਼ ਸ਼ਾਹ ਤੁਗਲਕ ਉਤੇ ਇਸ ਸ੍ਰਿਸ਼ਟੀ ਵਾਕ ਸਿਧਾਂਤ ਦਾ ਭਰਪੂਰ ਪ੍ਰਭਾਵ ਪਿਆ ਸੀ ਅਤੇ ਉਹਨਾਂ ਦੀਆਂ ਰਾਜਨੀਤਿਕ ਪਾਲਿਸੀਆਂ ਉੱਤੇ ਵੀ। ਮਵਲੈਨਨ ਜਲਾਲੁਦੀਨ ਰੂਮੀ ਦੀ ਜਗਤ ਪ੍ਰਸਿੱਧ ਕਾਵਿ ਰਚਨਾ ਮਥਨਵੀ ਵਿੱਚ ਇਸ ਵਹਿਦਤ ਲਵਜੂਦ ਦੇ ਸਿਧਾਂਤ ਦਾ ਪ੍ਰਚਾਰ ਕਵਿਤਾ ਰਾਹੀਂ ਖੁੱਲ੍ਹਾ ਕੀਤਾ ਹੋਇਆ ਹੈ। ਗਦ ਵਿੱਚ ਕਰਨਾ ਅਸੰਭਵ ਸੀ ਅਤੇ ਇਸ ਮਤਨਵੀ ਨੂੰ ਸੂਫੀ ਮਤ ਦੇ ਅਨੁਯਾਈ ਫਾਰਸੀ ਬੋਲੀ ਦਾ ਕੁਰਾਨ ਕਹਿ ਕੇ ਸਨਮਾਉਂਦੇ ਹਨ। ਉਂਝ ਸੂਫੀ ਮਤ ਦੇ ਸਿਧਾਂਤਾਂ ਸਾਧਨਾ ਨੂੰ ਕੁਰਾਨ ਸ਼ਰੀਫ ਉੱਤੇ ਆਧਾਰਿਤ ਸਿੱਧ ਕਰਨ ਦੇ ਯਤਨਾਂ ਬਾਰੇ ਪ੍ਰਮਾਣਿਕ ਰਾਏ ਇਹੋ ਹੈ ਕਿ ਇਹ ਵਿਚਾਰਧਾਰਾ ਉੱਕੀ, ਨਿਰਮੋਲ ਤੇ ਥੋਥੀ ਹੈ। ਅਬੂ ਸੈਦ ਸੂਫੀ ਮਤ ਦੇ ਇੱਕ ਮਹਾਨ ਆਚਾਰਿਆ ਦਾ ਕਥਨ ਹੈ ਕਿ ਸੂਫੀ ਮਤ ਕੁਰਾਨ ਦੇ
8ਵੇਂ ਅਤੇ 7ਵੇਂ ਪ੍ਰਕਰਣ ਵਿੱਚ ਅੰਕਿਤ ਹੈ। ਅਜਿਹੇ 8ਵੇਂ 7ਵੇਂ ਪ੍ਰਕਰਣ ਦਾ ਕੁਰਾਨ ਸ਼ਰੀਫ ਵਿੱਚ ਉੱਕਾ ਅਭਾਵ ਹੈ। ਭਾਵ ਇਹ ਹੈ ਕਿ ਐਸਾ ਪ੍ਰਕਰਣ ਅਜੇ ਲਿਖਤ ਨਹੀਂ ਆਇਆ। ਸ਼ੇਖ ਸੁਹਰਵਰਦੀ ਦੀ ਰਚਨਾ ਆਵਾ ਰੀਫੁਲ ਮੁਆਰਿਫ ਸੂਫੀਆਂ ਦੇ ਚਿਸ਼ਤੀ ਅਖਾੜੇ ਦੇ ਸਾਧੂਆਂ ਵਿੱਚ ਪ੍ਰਮਾਣਿਕ ਮੰਨੀ ਜਾਂਦੀ ਹੈ, ਜਿਸ ਅਖਾੜੇ ਨਾਲ ਕਿ ਸ਼ੇਖ ਫਰੀਦੁਦੀਨ ਮਸੂਦ ਗੇਜੇ ਸ਼ੱਕਰ ਦਾ ਸੰਬੰਧ ਸੀ ਅਤੇ ਜਿਸ ਫਰੀਦ ਦੇ ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹਨ। ਇਬਨੀ ਅਰਬੀ ਆਪਣੇ ਜੀਵਨ ਦੇ ਵਿੱਚ ਹੀ ਸ਼ੈਖੁਲ ਅਕਬਰ ਸਰਵਉੱਚਾਚਾਰਿਆ ਦੀ ਉਪਾਧੀ ਨਾਲ ਪ੍ਰਸਿੱਧ ਹੋ ਗਿਆ ਸੀ। ਉਹ ਆਪ ਕਿਹਾ ਕਰਦਾ ਸੀ ਕਿ ਜਿਵੇਂ ਹਜ਼ਰਤ ਮੁਹੰਮਦ ਸਾਹਿਬ ਖਾਤਿਮੁਲ ਅੰਬੀਆ ਅਰਥਾਤ ਨੀਬੀਆ ਦੀ ਮੋਹਰ ਜਾਂ ਚੂੜਾਮਣੀ ਹਨ, ਇਸੇ ਪ੍ਰਕਾਰ ਉਹ ਆਪ ਖਾਤਿਮੁਲ ਅਵਲੇਲਾ ਸ਼੍ਰੋਮਣੀ ਸੰਤ ਹੈ। ਸ਼੍ਰੋਮਣੀ ਸੰਤ ਮੇਰੇ ਆਪਣੇ ਸਮੇਂ ਵਿੱਚ ਜਨਮਿਆ ਹੈ, ਮੇਰੀ ਉਸ ਨਾਲ ਭੇਂਟ ਹੋ ਚੁੱਕੀ ਹੈ। ਸ਼੍ਰੋਮਣੀ ਸੰਤ ਦੇ ਸਾਰੇ ਲੱਛਣ ਮੈਂ ਉਸ ਵਿੱਚ ਦੇਖੇ ਹਨ। ਇਸ ਇਬਨੀ ਅਰਬੀ ਦੇ ਮਹਾਨ ਦਾਰਸ਼ਨਿਕ ਸਿਧਾਂਤ ਵਹਿਦਤ ਲਵਜੂਤ ਦਾ ਸਥਾਨ ਅਸੀਂ ਗੁਰਮਤ ਦੇ ਵਿੱਚ ਨਿਰਣਾਇਕ ਕਰ ਆਏ ਹਾਂ। ਉਸ ਦੇ ਇੱਕ ਹੋਰ ਸਿਧਾਂਤ ਦਾ ਵੀ ਦਸਮ ਪਾਤਸ਼ਾਹ ਦੇ ਖਾਲਸਾ ਸਿਧਾਂਤ ਨਾਲ ਡੂੰਘਾ ਸੰਬੰਧ ਹੈ। ਫਸੂ ਸੁਲਹ ਕਰਮ ਨਾਮੀ ਗ੍ਰੰਥ ਦੇ ਪਹਿਲੇ ਅਧਿਆਇ ਵਿੱਚ ਉਹ ਕਹਿੰਦਾ ਹੈ, ਪੁਰਸ਼ ਦਾ ਅਕਾਲ ਪੁਰਖ ਨਾਲ ਉਹ ਸੰਬੰਧ ਹੈ ਜੋ ਕਿ ਅੱਖ ਦੀ ਪੁਤਲੀ ਦਾ ਅੱਖ ਨਾਲ ਹੈ। ਜਿਵੇਂ ਦ੍ਰਿਸ਼ਟੀ ਪੁਤਲੀ ਉੱਤੇ ਆਧਾਰਿਤ ਹੈ, ਤਿਵੇਂ ਹੀ ਅਕਾਲ ਪੁਰਖ ਸ੍ਰਿਸ਼ਟੀ ਨੂੰ ਪੁਰਸ਼ ਰੂਪੀ ਪੁਤਲੀ ਦੁਆਰਾ ਦੇਖਦਾ ਹੈ। ਮਨੁੱਖ ਇੱਕੋ ਸਮੇਂ ਨਾਸ਼ਵਾਨ ਵੀ ਹੈ ਅਤੇ ਅਵਿਨਾਸ਼ੀ ਵੀ। ਮਨੁੱਖ ਹੀ ਸ਼ਬਦ ਹੈ ਜੋ ਸੰਸਾਰ ਦੇ ਭਿੰਨ-ਭਿੰਨ ਪਦਾਰਥਾਂ ਦਾ ਵਿਯੋਗ ਕਾਰਕ ਵੀ ਹੈ ਅਤੇ ਸੰਯੋਗ ਕਰਤਾ ਵੀ। ਸ਼ਬਦ ਦੀ ਉਤਪਤੀ ਵੀ ਮਨੁੱਖ ਦੁਆਰਾ ਹੀ ਹੁੰਦੀ ਹੈ। ਮਨੁੱਖ ਦੇ ਜਿੰਮੇ ਹੀ ਸ੍ਰਿਸ਼ਟੀ ਦੀ ਰੱਖਿਆ ਦਾ ਭਾਰ ਹੈ। ਜਦ ਤੱਕ ਕਿ ਸੰਸਾਰ ਵਿੱਚ ਮਨੁੱਖ ਮੌਜੂਦ ਹੈ, ਸ੍ਰਿਸ਼ਟੀ ਸੁਰੱਖਿਅਤ ਹੈ। ਇਬਨੀ ਅਰਬੀ ਦੇ ਇਹ ਵਿਚਾਰ ਇੱਕ ਹਦੀਸ ਦਾ ਪਾਸ਼ ਹਨ, ਜਿਸ ਅਨੁਸਾਰ ਇੱਕ ਵੇਰਾ ਹਜ਼ਰਤ ਦਾਊਦ ਨੇ ਪਰਮਜੋਤ ਵਾਹਿਗੁਰੂ ਅਕਾਲ ਪੁਰਖ ਦੇ ਸੰਪੂਰਨ ਗਿਆਨ ਦੀ ਆਕਾਂਸ਼ਾ ਕੀਤੀ ਤਾਂ ਅਕਾਲ ਪੁਰਖ ਨੇ ਕਿਹਾ, ਮੇਰੀ ਇੱਛਾ ਮਨੁੱਖ ਦਾ ਗਿਆਨ ਪ੍ਰਾਪਤ ਕਰਨ ਦੀ ਤੇਰੀ ਇਸ ਆਕਾਂਸ਼ਾ ਨਾਲੋਂ ਕਿਤੇ ਵਧੇਰੇ ਪ੍ਰਬਲ ਹੈ। ਪਾਰ ਬ੍ਰਹਮ ਦੇ ਮਨੁੱਖਾਸ਼ਰਿਤ ਹੋਣ ਦੇ ਸਿਧਾਂਤ ਨੂੰ ਜਿਸ ਸਫਾਈ ਅਤੇ ਤੀਬਰਤਾ ਨਾਲ ਇਬਨੀ ਅਰਬੀ ਨੇ ਵਿਆਖਿਆ ਹੈ, ਹੋਰ ਕਿਸੇ ਨੇ ਨਹੀਂ ਕੀਤਾ ਕਿ ਮਨੁੱਖ ਹੀ ਪਰਮੇਸ਼ਰ ਪ੍ਰਾਪਤੀ ਦੀ ਤਾਂਘ ਨਹੀਂ ਰੱਖਦਾ, ਪਰਮੇਸ਼ਵਰ ਉਸੇ ਤਰ੍ਹਾਂ ਮਨੁੱਖ ਪ੍ਰਾਪਤੀ ਦਾ ਤਾਂਗੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਸੇ ਵਿਚਾਰ ਸਿਧਾਂਤ ਵੱਲ ਕੁਝ ਸੰਕੇਤ ਹੈ। ਮੈਂ ਗੁਣ ਬੰਦ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ। ਮੈਂ ਗੁਣ ਬੰਦ ਸਗਲ ਕੀ ਜੀਵਨ, ਮੇਰੇ ਜੀਵਨ ਮੇਰੇ ਦਾਸ। ਪੰਨਾ 1253। ਅਬਦੁਲ ਕਰੀਮ ਅਲ ਜਲੀ 1365 ਤੋਂ 1417 ਨੇ ਇਬਨੀ ਅਰਬੀ ਦੀ ਇਸ ਵਿਚਾਰਧਾਰਾ ਦਾ ਵਿਸਤਾਰ ਵਿਸ਼ਲੇਸ਼ਣ ਆਪਣੀ ਪ੍ਰਸਿੱਧ ਪੁਸਤਕ ਅਲ ਇਨਸਾਨੁਲ ਅਕਮਲ ਵਿੱਚ ਕੀਤਾ ਹੈ, ਜਿਸ ਦਾ ਅਧਿਐਨ ਕੀਤਿਆਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਆਦਰਸ਼ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਹੋ ਖਾਲਸੇ ਕੋ ਖਾਲਸਾ ਮੇਰੋ, ਓਤ ਪੋਤ ਸਾਗਰ ਬੰਧੇਰੋ ਸਾਫ਼ ਅੱਖਾਂ ਅੱਗੇ ਆ ਜਾਂਦਾ ਹੈ। ਸ਼ਹਿਨਸ਼ਾਹ ਅਕਬਰ ਦਾ ਵਿਦਵਾਨ ਮੁਸਾਹਿਬ ਅਬਦੁਲ ਫਜ਼ਲ 1551 ਤੋਂ 1602 ਆਪਣੀ ਜਗਤ ਪ੍ਰਸਿੱਧ ਪੁਸਤਕ ਆਇਨੇ ਅਕਬਰੀ ਵਿੱਚ ਲਿਖਦਾ ਹੈ ਕਿ ਉਸ ਸਮੇਂ ਹਿੰਦੁਸਤਾਨ ਵਿੱਚ ਸੂਫੀਆਂ ਦੇ 14 ਸਿਲਸਿਲੇ ਅਥਵਾ ਅਖਾੜੇ ਸਨ, ਜਿਸ ਵਿੱਚ ਕਿ ਸੁਹਰਵਰਦੀ ਅਤੇ ਚਿਸ਼ਤੀ ਡੇਰਿਆਂ ਨੂੰ ਵੀ ਗਿਣਦਾ ਹੈ। ਇਸ ਸਮੇਂ ਤੱਕ ਜਿਤਨੇ ਡੇਰੇ ਤਥਾ ਸੰਪਰਦਾਏ ਸੂਫੀ ਮਤ ਦੇ ਹਿੰਦੁਸਤਾਨ ਜਾਂ ਬਾਹਰਲੇ ਦੇਸ਼ਾਂ ਵਿੱਚ ਸਥਾਪਿਤ ਸਨ, ਉਹਨਾਂ ਦਾ ਆਪਸ ਵਿੱਚ ਸਿਧਾਂਤ ਅੰਤਰ ਨਹੀਂ ਸੀ, ਸਾਧਨ ਅੰਤਰ ਸੀ ਅਤੇ ਸੁਹਰਵਰਦੀ ਤੇ ਚਿਸ਼ਤੀ ਡੇਰੇ ਇਸ ਸਾਧਨ ਅੰਤਰ ਦੇ ਡੂੰਘੇ ਅਤੇ ਤਿੱਖੇ ਪ੍ਰਤੀਕ ਸਨ। ਸੁਹਰਵਰਦੀ ਸਿਲਸਿਲੇ ਦੇ ਉੱਘੇ ਡੇਰੇ ਸਿੰਧ ਅਤੇ ਪੰਜਾਬ ਦੇਸ਼ ਵਿੱਚ ਸਨ। ਮੁਲਤਾਨ ਅਤੇ ਉੱਚ ਸ਼ਰੀਫ ਚਿਸ਼ਤੀ ਸਿਲਸਿਲੇ ਦੇ ਕੇਂਦਰ ਅਸਥਾਨ ਸਨ। ਅਜਮੇਰ, ਨਾਰਾਨੌਲ, ਨਾਗੌਰ, ਮੰਡਲ, ਅਜੋਧਨ ਆਦਿ ਪੰਜਾਬ ਵਿੱਚ। ਪਰ ਪਿੱਛੋਂ ਜਾ ਕੇ ਇਸ ਸਿਲਸਿਲੇ ਦਾ ਪ੍ਰਭਾਵ ਉੱਤਰ ਪ੍ਰਦੇਸ਼, ਬਿਹਾਰ, ਬੰਗਾਲ, ਅਸਮ ਅਤੇ ਦੱਖਣ ਦੇ ਦੇਸ਼ਾਂ ਦੇ ਵਿੱਚ ਵੀ ਬਹੁਤ ਵਧਿਆ।
ਜਦੋਂ ਤੱਕ ਸੂਫੀ ਮਤ ਮਤਾਂਤਰ ਅਤੇ ਡੇਰਿਆਂ ਦਾ ਆਪਸੀ ਭੇਦ ਸਾਧਨ ਅੰਤਰ ਉੱਤੇ ਹੀ ਨਿਰਭਰ ਰਿਹਾ। ਸਿੱਖ ਗੁਰੂਆਂ ਅਤੇ ਸਿੱਖ ਧਰਮ ਦੇ ਤਵਾਰੀਖੀ ਵਿਕਾਸ ਦੇ ਸੰਬੰਧ ਸੂਫੀ ਮਤ ਨਾਲ ਪ੍ਰਪਣ ਤੇ ਸਾਂਝੇ ਬਣੇ ਰਹੇ, ਕਿਉਂ ਜੋ ਹਿੰਦੁਸਤਾਨ ਵਿੱਚ ਇਸਲਾਮੀ ਹਕੂਮਤ ਦੀ ਸ਼ਰਅ ਦਾ ਮੁਲਕੀ ਸ਼ਾਸਨ ਵੀ ਇਸ ਸੂਫੀ ਮਤ ਦੇ ਵਾਤਾਵਰਣ ਉੱਤੇ ਹੀ ਨਿਰਭਰ ਸੀ। ਇਸ ਲਈ ਸਿੱਖ ਮਤ ਅਤੇ ਸਿੱਖ ਗੁਰੂਆਂ ਦੀ ਟੱਕਰ ਇਸਲਾਮੀ ਰਾਜ ਨਾਲ ਹੋਣ ਦੇ ਕੋਈ ਕਾਰਨ ਉਤਪੰਨ ਨਾ ਹੋਏ। ਪਰ ਜਦੋਂ ਸ਼ੇਖ ਸਰਹੰਦੀ ਅਲਫਥਾਨੀ ਮੁਜੀਦਤ ਨੇ ਕੜੜਾ ਸਿਧਾਂਤ ਅੰਤਰ ਸੂਫੀ ਮਤ ਅੰਦਰ ਵਾੜ ਦਿੱਤਾ ਅਤੇ ਹਿੰਦੁਸਤਾਨ ਦੇ ਇਸਲਾਮੀ ਰਾਜ ਸ਼ਾਸਨ ਨੇ ਇਸ ਸਿਧਾਂਤ ਅੰਤਰ ਤੋਂ ਪ੍ਰਭਾਵਿਤ ਹੋ ਕੇ ਮੁਜੀਦਤ ਦੇ ਦਾਰਸ਼ਨਿਕ ਸਿਧਾਂਤ ਨੂੰ, ਜਿਸਦਾ ਕਿ ਮੁਖਤਸਰ ਵਿਸਥਾਰ ਅੱਗੇ ਕਰਾਂਗੇ, ਸਖਤੀ ਨਾਲ ਅਪਣਾ ਲਿਆ ਤਾਂ ਇਸਲਾਮੀ ਰਾਜ ਸ਼ਕਤੀ ਅਥਵਾ ਮੁਗਲ ਰਾਜ ਦੀ ਸਿੱਧੀ ਟੱਕਰ ਸਿੱਖ ਗੁਰੂਆਂ ਅਤੇ ਸਿੱਖ ਮਤ ਦੇ ਤਾਰੀਖੀ ਵਿਕਾਸ ਨਾਲ ਹੋ ਪਈ, ਜਿਸ ਬਾਬਤ ਅਸੀਂ ਪਿੱਛੇ ਕਹਿ ਆਏ ਹਾਂ। ਮੁਜੀਦਤ ਦੇ ਸਿਧਾਂਤ ਅੰਤਰ ਨੂੰ ਸਮਝਣ ਤੋਂ ਪਹਿਲਾਂ ਸੁਹਰਵਰਦੀਆਂ ਤੇ ਚਿਸ਼ਤੀਆਂ ਦੇ ਸਿਧਾਂਤ ਅੰਤਰ ਨੂੰ ਸਮਝਣਾ ਚਾਹੀਏ। ਸੁਹਰਵਰਦੀ ਮਤ ਇਹ ਸੀ ਕਿ ਸਾਧਕ ਵਾਸਤੇ ਗਿਆਨ ਪ੍ਰਾਪਤੀ ਦੇ ਸਾਧਨਾਂ ਵਿੱਚੋਂ ਪ੍ਰਮੁੱਖ ਤੇ ਪ੍ਰਥਮ ਸਾਧਨ ਸ਼ਰਅ ਦਾ ਪਾਲਣ ਅਤੇ ਇਸਲਾਮੀ ਰੋਹ ਰੀਤ ਦੀ ਪਾਬੰਦੀ ਹੈ। ਸ਼ਰਅ ਨੂੰ ਅਮਨਾ ਕੀਤੇ ਬਿਨਾਂ ਗਿਆਨ ਦੀ ਪ੍ਰਾਪਤੀ ਤਾਂ ਇੱਕ ਪਾਸੇ ਰਹੀ, ਗਿਆਨ ਪ੍ਰਾਪਤੀ ਦੇ ਪਥ ਉੱਤੇ ਪਹਿਲਾ ਕਦਮ ਚੁੱਕਣਾ ਹੀ ਕਠਿਨ ਹੈ। ਉੱਚ ਸ਼ਰੀਫ ਦੇ ਪੀਰ, ਜਿਹੜੇ ਕਿ ਇਸ ਵਿਚਾਰਧਾਰਾ ਦੇ ਧਾਰਨੀ ਅਤੇ ਪ੍ਰਚਾਰਨ ਵਾਲੇ ਸਨ, ਉਹਨਾਂ ਦੇ ਗੁਰੂ ਨਾਨਕ ਸਾਹਿਬ ਨਾਲ ਪ੍ਰੇਮ ਅਤੇ ਸ਼ਰਧਾ ਭਰੇ ਸੰਬੰਧ ਸਨ ਅਤੇ ਅਜੇ ਤੱਕ ਗੁਰੂ ਨਾਨਕ ਦੇ ਕੌਂਸ ਪੈਰਾਂ ਦੇ ਪਊਏ ਉੱਚ ਸ਼ਰੀਫ ਵਿੱਚ ਸਤਿਕਾਰ ਸਹਿਤ ਸਾਂਭੇ ਪਏ ਦੱਸੇ ਜਾਂਦੇ ਹਨ। ਸ਼ੇਖ ਬਾਹਉਦੀਨ ਅਵਲੀਆ 1182 ਤੋਂ 1262 ਕੋਟ ਅਰੋੜ ਮੁਲਤਾਨ ਦਾ ਜੰਪਾਲ ਸੀ ਅਤੇ ਇਸ ਨੇ ਸੂਫੀ ਮਤ ਦੀ ਦੀਖਿਆ ਸ਼ੇਖ ਸ਼ਹਾਬੁਦੀਨ ਸੁਹਰਵਰਦੀ ਕੋਲ ਬਗਦਾਦ ਵਿੱਚ ਜਾ ਕੇ ਪ੍ਰਾਪਤ ਕੀਤੀ ਸੀ ਅਤੇ ਇਹ ਸ਼ੇਖ ਬਾਹਉਦੀਨ ਸੁਹਰਵਾਦੀ ਸਿਲਸਿਲਾ ਦਾ ਚੂੜਾਮਣੀ ਆਚਾਰਿਆ ਪ੍ਰਸਿੱਧ ਹੈ, ਜਿਸ ਦਾ ਮੁੱਖ ਉਪਦੇਸ਼ ਸੀ ਕਿ ਪ੍ਰਭੂ ਭਗਤੀ ਅਤੇ ਗਿਆਨ ਪ੍ਰਾਪਤੀ ਦੇ ਸਾਧਨਾਂ ਵਿੱਚ ਤਪ ਅਤੇ ਤਿਆਗ ਦਾ ਰਾਹ ਪ੍ਰਮਾਣਿਕ ਨਹੀਂ, ਸੰਸਾਰ ਦੇ ਕਾਰ ਵਿਹਾਰ ਕਰਦਿਆਂ ਅਤੇ ਸਰੀਰ ਦੀ ਪਾਲਣ ਪੋਸ਼ਣ ਕਰਦਿਆਂ ਹੀ ਪ੍ਰਭੂ ਭਗਤੀ ਪ੍ਰਮਾਣਿਕ ਹੈ। ਗੁਰੂ ਨਾਨਕ ਸਾਹਿਬ ਦਾ ਇਹ ਵਾਕ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕਿਉ ਪਾਲੈ, ਨਾਨਕ ਸੋ ਪ੍ਰਭੂ ਸਿਮਰੀਐ ਤਿਸ ਦੇਹੀ ਕਿਉ ਪਾਲੈ ਅਤੇ ਸਾਖੀਆਂ ਗੁਰੂ ਅਮਰਦਾਸ ਕੀਆਂ ਨਾਮੀ ਗ੍ਰੰਥ ਵਿੱਚ ਅੰਕਿਤ ਇਹ ਹੁਕਮ ਕਿ ਜੋ ਸਿੱਖ ਹੋਏ ਕਰ ਉਦਾਸੀ ਹੋਏਗਾ ਉਸਦਾ ਬੁਰਾ ਹੋਵੇਗਾ। ਸ਼ੇਖ ਬਾਹਾਉਦੀਨ ਦੀ ਉਪਰੋਕਤ ਵਿਚਾਰਧਾਰਾ ਨਾਲ ਇਨ ਬਿਨ ਸਹਿਮਤ ਹਨ। ਉੱਚ ਸ਼ਰੀਫ ਦੇ ਸੂਫੀਆਂ ਦੇ ਡੇਰੇ ਦਾ ਨਿਰਮਾਤਾ ਇਸੇ ਸ਼ੇਖ ਬਾਹਾਉਦੀਨ ਦਾ ਚੇਲਾ ਸੈਯਦ ਜਲਾਲੁਦੀਨ ਬੁਖਾਰੀ ਮ੍ਰਿਤਿੂ 1291 ਹੈ। ਇਹ ਸ਼ੇਖ ਬਹੀਉਦੀਨ ਹੀ ਸੀ ਜਿਸ ਨੇ ਆਪਣੇ ਮੁਰੀਦਾਂ ਨੂੰ ਪੀਰ ਦੀ ਚਰਨ ਬੰਦਨਾ ਕਰਨ ਤੋਂ ਵਰਜਿਆ ਸੀ ਅਤੇ ਹੁਕਮ ਕੀਤਾ ਸੀ ਕਿ ਮੁਰੀਦ ਪੀਰ ਨੂੰ ਅਸਲਾ ਮੁਲੈਕਮ ਤੋਂ ਕਹਿ ਕੇ ਮਿਲੇ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸੇ ਭਾਂਤ ਦਾ ਹੁਕਮ ਖਾਲਸਾ ਸਾਂਝਣਾ ਉਪਰੰਤ ਕੀਤਾ ਸੀ ਕਿ ਗੁਰੂ ਕਾ ਸਿੰਘ ਹਜ਼ੂਰੀ ਵਿੱਚ ਆਵੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਦਰਸ਼ਨ ਦਿਦਾਰੇ ਕਰੇ, ਚਰਨ ਨਾ ਪਰਸੇ। ਸਾਹਿਬ ਦਸਮ ਪਾਤਸ਼ਾਹ ਦਾ ਔਰੰਗਜ਼ੇਬ ਦੇ ਨਾਮ ਪਹਿਲਾ ਪੱਤਰ ਫਤਿਹ ਨਾਮ ਲੈ ਕੇ ਜਿਸ ਸਮੇਂ ਭਾਈ ਦਇਆ ਸਿੰਘ ਜੀ ਮਾਛੀਵਾੜੇ ਵਿੱਚੋਂ ਗਨੀ ਖਾਂ ਨਬੀ ਖਾਂ ਦੀ ਸਹਾਇਤਾ ਨਾਲ ਪੀਰ ਦਾ ਵੇਸ ਵਟਾ ਕੇ ਨਿਕਲੇ ਸਨ ਤਾਂ ਉਹਨਾਂ ਨੇ ਜਿਹਾ ਕਿ ਇਤਿਹਾਸ ਜਾਣਨ ਵਾਲਿਆਂ ਨੂੰ ਪਤਾ ਹੈ, ਮੁਗਲ ਫੌਜ ਦੇ ਇੱਕ ਦਸਤੇ ਨੇ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਭਾਲ ਤਲਾਸ਼ ਵਿੱਚ ਸੀ ਘੇਰ ਲਿਆ। ਤਦ ਗੁਰੂ ਗੋਬਿੰਦ ਸਿੰਘ ਜੀ ਆਪਣੀ ਹਦਾਇਤ ਅਨੁਸਾਰ ਹੀ, ਜਿਹੜੀ ਕਿ ਅਜਿਹੀ ਵਿਪਤਾ ਨੂੰ ਸੰਭਵ ਜਾਣ ਕੇ ਹੀ ਦਿੱਤੀ ਗਈ ਸੀ, ਗਨੀ ਖਾਂ ਨਬੀ ਖਾਂ ਨੇ ਭਾਈ ਦਇਆ ਸਿੰਘ ਨੂੰ ਪੀਰੇ ਉੱਚ ਕਿਹਾ ਸੀ, ਕਿਉਂਕਿ ਉੱਚ ਸ਼ਰੀਫ ਦੇ ਸੂਫੀ ਡੇਰੇ ਨਾਲ ਸਿੱਖੀ ਦੇ ਸੰਬੰਧ ਇਸ ਪ੍ਰਕਾਰ ਨਿੱਘੇ ਤੇ ਨੇੜੇ ਸਨ ਕਿ ਇਹ ਉੱਚ ਦੇ ਪੀਰ ਹੋਣ ਦਾ ਦਾਵਾ ਨਿਰ ਆਧਾਰ ਨਹੀਂ ਸੀ ਸਮਝਿਆ ਗਿਆ।
इन्हां भाई दया सिंह बाबत ही सैयद हसन अली मनु माजरे वाले ने कुरान शरीफ की शरियाई सुगंध चुकी सी कि यह गुरु गोबिंद सिंह जी नहीं हन, जिस उते भाई दया सिंह दी बंद खलास होई सी अते ओह दसम पातशाह दा फतेहनामा औरंगजेब तक पहुंचाण विच कामयाब होए सन। इसे सुहरवर्दी सूफी विचारधारा का प्रमाणिक सिद्धांत ग्रंथ फवाइदुल फवाद है, जिस विच शेख निजामुद्दीन अवलिया के प्रवचन अंकित हैं। गुरवाक आखा जीवा विसरे मर जाओ। इस सूफी ग्रंथ विच अंकित एक वाक नाल इन बिन मिलदा है। चिश्ती सिले का सुहरवर्दी सिले नाल मुढ़ला सिद्धांत अंतर ए सी के एक कहंदे ते मंदे सन कि ज्ञान प्राप्ति का प्रमुख साधन आत्मा शुद्धि है, शरा की पाबंदी नहीं। आत्मदर्शी पुरुष सुते सिद्ध शरा का पाबंद हो जाएगा। साधन उत्ते शरा ठोसणी अनुचित अते विवर्जित है। जिस वेले सिख गुरुआं अते सिख मत के तारीखी विकास की सिद्धि अते कड़री टक्कर गुरु अर्जन देव जी के समय मुगल साम्राज आधारित इस्लामी शासन नाल हुई तां इस चिश्ती सिला दे कादरी रूपांतरण के महान आचार्य हजरत सैयद मियां मीर ने निडर होकर सिक्खी की भरपूर हामी भरी अते श्री हरिमंदर साहिब की आधारशिला गुरु अर्जन साहिब के कहण उत्ते अपने कर कमला द्वारा रखी। संडोरे के प्रसिद्ध सूफी डेरे का पीर सैयद बदरुद्दीन प्रसिद्ध बुद्धू शाह इस चिश्ती सिले के गगन का तेजमई सितारा ही सी, जिसने के अपने 4 पुत्र अते अंत नूं सारा परिवार गुरु गोबिंद सिंह जी की सेवा विच अर्पण करके शहीद करवा दिता सी। अते जदों साहिब गुरु गोबिंद सिंह जी ने अति प्रसन्न होकर कुछ मंगण लई कहा सी तां गुरु दे पवित्र केसां दे कंगे विच फसे हुए कुछ वालां दे दान की याचना की सी। हर दू आलम कीमते यक तारे मुए यार मैं, इतने गूढ़े, इतने पींडे, इतने बुनियादी अते इतने आभापूरत संबंध सिक्खी दे सूफी मत रूपी इस्लाम नाल किस सिद्धांतरन दी चट्टान नाल टकरा के चकनाचूर हो गए, जिस दे सिट्टे वजों सिख कौम दा मुगल राज दे रूप विच इस्लाम नाल मरण मारन दा संग्राम आरंभ होया, जिस विचों उपजियां प्रचंड ज्वाला दियां चिंगियाड़ियां ने सन 1947 विच देश विभाजन अते लखा मनुखा दी आहुति लई। बस इहो शेख सरहदी अलिफ बानी मुजद्दद दी कथा है, जिस वल बार बार पिछले पन्नियां विच संकेत कर आए हाँ, जिसका कुछ विस्तार अगे दिंदे हाँ। सुहरवर्दी अते चिश्तिया सूफी बाबत दस चुके हाँ कि इन्हां दोहों सूफी डेरियां दा प्रभाव ही विशेष करके हिंदुस्तान विच सी। ये सूफी सिलह ईरान खुरासन दी उपज सन अते सुलह कुल सबसे रल मिल चालीए इन्हां दा ईमान सी। वहद तल वजूद एको ब्रह्म दूतिया नासित दे सिद्धांत दे धारनी सन। ख्वाजा मुहम्मद बाकी बिल्हा बेरंग इस सिलह नूं अकबर की मृत्यु तो 4-5 साल पहला हिंदुस्तान विच लियाए। ये तुरान की उपज सी अते नक्शबंदी नाम नाल प्रसिद्ध सी। इसका मुढ़ला सिद्धांत तां ओह वहतल वजूद दा ही सी, पर यह सूफी शरा दे पुज के पक्के शतालू सन। मुजीदत जो कि ख्वाजा बाकी बिल्हा दा प्रतिष्ठित चेला सी, सूफी मत दे इस सिद्धांत नूं भी पलटा दिता, जिसका सिट्टा यह होया कि हिंदुस्तान दे विच इस्लाम ते गैर इस्लाम नाल मेल मिलाप के सहयोग के सब दरवाजे बंद हो गए। नक्शबंदी सिला दी एक होर भयंकर रुचि सी कि वह जनता विच सिद्धा धर्म प्रचार करन दी थां समय की राज सत्ता अते हकूमत उते असर रसूख प्राप्त करते सन अते फिर राज सत्ता नूं इस्लाम दे बोल बाले ते शरा दी बाला दस्ती हित वरतदे सन। मुजीदत दे नारे अश शरह तहतु सैफ, तलवार दे बल नाल शरा दी बाला दस्ती स्थापित करनी चाहिए, वल असी पिछे संकेत कर आए हाँ। यह कारण हिंदुस्तान विच इस्लाम की रूपरेखा दे परिवर्तन दे सन। वह तुल वजूद दे सिद्धांत का निरोध, यह 3 कारण
ਹਿੰਦੁਸਤਾਨ ਵਿੱਚ ਇਸਲਾਮ ਦੀ ਰੂਪ-ਰੇਖਾ ਦੇ ਪਰਿਵਰਤਨ ਦੇ ਸਨ। ਪਹਿਲਾ, ਵਹਿਦਤ ਅਲ ਵਜੂਦ ਦੇ ਸਿਧਾਂਤ ਦਾ ਨਿਰੋਧ। ਦੂਜਾ, ਸ਼ਰਅ ਨੂੰ ਪ੍ਰਭੂ ਭਗਤੀ ਦਾ ਸਰਵੋਤਮ ਅਤੇ ਇੱਕੋ ਇੱਕ ਮਾਰਗ ਮੰਨਣਾ। ਅਤੇ ਤੀਸਰਾ, ਰਾਜ-ਸੱਤਾ ਨੂੰ ਇਸਲਾਮ ਦੇ ਇਸ ਰੂਪ ਦੀ ਬਾਲਾਦਸਤੀ ਲਈ ਵਰਤਣਾ, ਜਿਸ ਕਰਕੇ ਸਿੱਖ ਮਤ ਦੇ ਤਵਾਰੀਖੀ ਵਿਕਾਸ ਦੀ ਹਿੰਦੁਸਤਾਨ ਦੀ ਇਸਲਾਮੀ ਹਕੂਮਤ ਨਾਲ ਸਿਰ ਧੜਦਾ ਬਾਜੀ ਲੱਗ ਗਈ ਸੀ। ख्वाजा बाकी बिल्ला 12 जुलाई सन 1564 ਨੂੰ ਕਾਬਲ ਵਿੱਚ ਜਨਮੇ। ਰਜ਼ੀਉल्ला ਨਾਮ ਸੀ, ਪਰ ਬਾਕੀ ਬਿਲਾ ਨਾਮ ਨਾਲ ਮਸ਼ਹੂਰ ਸੀ। ਗਿਆਨ ਪ੍ਰਾਪਤੀ ਲਈ ਕਈ ਗੁਰੂ ਧਾਰਨ ਕੀਤੇ ਅਤੇ ਮੱਧ ਏਸ਼ੀਆ ਦੇ ਇਸਲਾਮੀ ਤੀਰਥਾਂ ਉੱਤੇ ਭ੍ਰਮਣ ਬਹੁਤ ਕੀਤਾ ਅਤੇ ਅੰਤ ਨੂੰ ਅਮੀਰ ਅਬਦੁੱਲਾ ਬਲਖੀ ਨੂੰ ਗੁਰੂ ਧਾਰਨ ਕੀਤਾ। ਫਿਰ ਕਸ਼ਮੀਰ, ਦਿੱਲੀ ਆਦਿ ਸੂਫੀ ਮੱਠਾਂ ਵਿੱਚ ਆਤਮਦਰਸ਼ੀ ਪੀਰਾਂ ਦੀ ਤਲਾਸ਼ ਵਿੱਚ ਫਿਰਦੇ ਰਹੇ ਅਤੇ ਅੰਤ ਨੂੰ ਬੁਖਾਰਾ ਜਾ ਕੇ ख्वाजा ਅਮਕੰਗੀ, ਜੋ ਕਿ ਉੱਚੇ ਦਰਜੇ ਦੇ ਨਕਸ਼ਬੰਦੀ ਦੇ ਸੂਫੀ ਪੀਰ ਸਨ, ਤੇ ਚਰਨਾਂ ਵਿੱਚ ਹਾਜ਼ਰ ਹੋਏ, ਜਿਨ੍ਹਾਂ ਨੇ ख्वाजा ਬਾਕੀ ਬਿਲਾ ਨੂੰ ਹਿੰਦੁਸਤਾਨ ਵਿੱਚ ਇਸਲਾਮੀ ਧਰਮ ਪ੍ਰਚਾਰ ਦੀ ਆਗਿਆ ਕੀਤੀ। ਇਉਂ ਆਪ ਦਿੱਲੀ ਆਏ ਅਤੇ 4-5 ਸਾਲ ਧਰਮ ਉਪਦੇਸ਼ ਕਰਨ ਉਪਰੰਤ ਦਿੱਲੀ ਵਿੱਚ ਹੀ ਉਹਨਾਂ ਦਾ 30 ਨਵੰਬਰ ਸਨ 1603 ਨੂੰ ਦੇਹਾਂਤ ਹੋ ਗਿਆ। ਮੁਜੀਦਤ ਨੇ ਆਪਣੇ ਅਨੇਕਾਂ ਪੱਤਰਾਂ ਵਿੱਚ ਇੱਕ ਪ੍ਰਤਿਸ਼ਠਿਤ ਨਕਸ਼ਬੰਦੀ ਪੀਰ ख्वाजा ਅਬਦੁੱਲਾ ਅਹਿਰਾਰ ਦਾ ਇਹ ਬਚਨ ਅੰਕਿਤ ਕੀਤਾ, ਜੇ ਅਸਾਂ ਪੀਰੀ ਕਰਨੀ ਹੁੰਦੀ ਤਾਂ ਸੰਸਾਰ ਵਿੱਚ ਹੋਰ ਕਿਸੇ ਪੀਰ ਨੂੰ ਅਸਾਡੇ ਬਗੈਰ ਮੁਰੀਦ ਲੱਭਣਾ ਕਠਿਨ ਹੋ ਜਾਣਾ ਸੀ, ਪਰ ਅਸਾਡੇ ਜਿੰਮੇ ਹੋਰ ਕੰਮ ਲੱਗਿਆ ਹੋਇਆ ਹੈ ਕਿ ਮੁਸਲਮਾਨਾਂ ਦੀ ਦੁਸ਼ਟਾਂ ਤੋਂ ਰੱਖਿਆ ਕਰੀਏ। ਇੱਕ ਕਾਰਜ ਬਾਦਸ਼ਾਹ ਦੀ ਸਹਾਇਤਾ ਨਾਲ ਹੀ ਸਿਰੇ ਚੜ ਸਕਦਾ ਹੈ। ਰਾਜ ਸੱਤਾ ਪ੍ਰਾਪਤ ਲੋਕਾਂ ਨਾਲ ਮੇਲ ਜੋਲ ਅਤੇ ਉਹਨਾਂ ਨੂੰ ਪ੍ਰਭਾਵ ਹੇਠਾਂ ਲਿਆਉਣਾ ਅਤੇ ਫਿਰ ਉਹਨਾਂ ਨੂੰ ਮੁਸਲਮਾਨਾਂ ਦੀ ਬਾਲਾਦਸਤੀ ਲਈ ਵਰਤਣਾ, ਇਹੋ ਸਾਡਾ ਮੁੱਖ ਕਰਤੱਵ ਹੈ। ਧਰਮ ਪ੍ਰਚਾਰ ਦਾ ਇਹੋ ਢੰਗ ਸੀ ਜਿਸ ਨੂੰ ख्वाजा ਬਾਕੀ ਬਿਲਾ ਨੇ ਅਕਬਰ ਦੇ ਅੰਤਿਮ ਦਿਨਾਂ ਦੇ ਵਿੱਚ ਮੁਗਲ ਰਾਜ ਦਰਬਾਰ ਵਿੱਚ ਵਰਤਣਾ ਆਰੰਭ ਦਿੱਤਾ ਸੀ। ਜਿਹੜੇ ਥੋੜੇ ਜਿਹੇ ਪੱਤਰ ਬਾਕੀ ਬਿਲਾ ਦੇ ਆਪਣੇ ਸ਼ਰਧਾਲੂਆਂ ਦੇ ਨਾਮ ਲਿਖੇ ਹੋਏ ਅਜੇ ਸੁਰੱਖਿਅਤ ਹਨ, ਉਹਨਾਂ ਵਿੱਚੋਂ ਵਧੇਰੇ ਨਵਾਬ ਮੁਰਤਜ਼ਾ ਖਾਨ ਸ਼ੇਖ ਫਰੀਦ ਦੇ ਨਾਮ ਹਨ। ਜਿਸ ਮੁਰਤਜ਼ਾ ਖਾਨ ਨੇ ਅਕਬਰ ਦੀ ਮ੍ਰਿਤਿੂ ਪਿੱਛੋਂ ਮੁਜੀਦਤ ਦੀ ਪ੍ਰੇਰਨਾ ਲੈ ਕੇ ਜ਼ਾਹਕੀਰ ਨੂੰ ਤਖਤ ਲੈ ਕੇ ਦੇਣ ਵੇਲੇ ਹੀ ਗੁਰੂ ਅਰਜਨ ਦੇਵ ਜੀ ਦੇ ਵਿਨਾਸ਼ ਦਾ ਬਚਨ ਲੈ ਲਿਆ ਸੀ, ਅਤੇ ਜਿਸ ਮੁਰਤਜ਼ਾ ਖਾਨ ਨੂੰ ਹੀ ਜਹਾਂਗੀਰ ਨੇ ਅੰਤ ਨੂੰ ਗੁਰੂ ਅਰਜਨ ਦੇਵ ਜੀ ਦੀ ਸੁਪਰਦਗੀ ਤਸੀਹੇ ਦੇ ਕੇ ਮਾਰ ਸੁੱਟਣ ਦਾ ਹੁਕਮ ਦੇ ਕੇ ਕਰ ਦਿੱਤੀ ਸੀ। ਭੁੱਲਣਾ ਨਹੀਂ ਚਾਹੀਦਾ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਨ 1606 ਈਸਵੀ ਵਿੱਚ ਜਹਾਂਗੀਰ ਦੇ ਹੁਕਮ ਨਾਲ ਅਤੇ ਮੁਰਤਜ਼ਾ ਖਾਨ ਦੇ ਹੱਥੀਂ ਲਾਹੌਰ ਵਿੱਚ ਹੋਈ, ਜਦੋਂ ਕਿ ਮੁਰਤਜ਼ਾ ਖਾਨ ਗੁਜਰਾਤ ਦਾ ਸੂਬੇਦਾਰ ਨਿਯਤ ਹੋ ਚੁੱਕਾ ਸੀ ਅਤੇ ਲਾਹੌਰ ਦੀ ਸੂਬੇਦਾਰੀ ਨਾਲ ਜਿਸ ਸੂਬੇਦਾਰੀ ਦੇ ਸ਼ਾਸਨ ਖੇਤਰ ਵਿੱਚ ਗੁਰੂ ਸਾਹਿਬ ਨੂੰ ਤਸੀਹੇ ਦੇ ਕੇ ਮਾਰਿਆ ਗਿਆ, ਉਸਦਾ ਕੋਈ ਸਬੰਧ ਨਹੀਂ ਸੀ। ਮੁਰਤਜ਼ਾ ਖਾਨ ਲਾਹੌਰ ਦਾ ਸੂਬੇਦਾਰ 1611 ਈਸਵੀ ਵਿੱਚ ਨਿਯਤ ਹੋਇਆ ਅਤੇ ਇੱਥੇ ਹੀ ਉਹ ਸਨ 1616 ਵਿੱਚ ਮਰ ਗਿਆ। ਸਨ 1606 ਈਸਵੀ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਮੇਂ ਲਾਹੌਰ ਦਾ ਮੁਗਲ ਸੂਬੇਦਾਰ ਕਿਲੀਜ ਖਾਨ ਤੁਰਕੀ ਨਸਲ ਦਾ ਸੀ। ਮੁਜੀਦਤ ਬਾਕੀ ਬਿਲਾ ਦਾ ਜਾਨਸ਼ੀਨ ਮਹਾਪ੍ਰਿਸ਼ਠ ਚੇਲਾ ਸੀ, ਜਿਸ ਨੇ ਮੁਗਲ ਰਾਜ ਦੇ ਸ਼ਾਸਨ ਦੀ ਧਾਰਮਿਕ ਪਾਲਿਸੀ ਉੱਤੇ ਪੂਰਨ ਅਧਿਕਾਰ ਜਮਾ ਲਏ ਸਨ ਅਤੇ ਜਿਸ ਦਾ ਪਰਛਾਵਾਂ ਹਿੰਦੁਸਤਾਨ ਦੀ ਇਸਲਾਮੀ ਸਿਆਸਤ ਉੱਤੇ 3 ਸਦੀਆਂ ਬੀਤ ਜਾਣ ਉੱਤੇ ਵੀ ਅੱਜ ਤੱਕ ਪੈ ਰਿਹਾ ਹੈ। ਹਜ਼ਰਤ ਮੁਜੀਦਤ 26 ਜੂਨ ਸਨ 1564 ਨੂੰ ਸਰਹੰਦ ਵਿੱਚ ਜਨਮੇ। ਆਪ ਦਾ ਨਾਮ ਅਹਿਮਦ ਸੀ। ਉਪਾਧੀ ਬਦਰੁਦੀਨ, ਬਿਰੂਦ ਅਬਦੁਲ ਬਰਕਤ ਅਤੇ ਅਲ ਆਮਿਨ ਰੁਬਾਨੀ ਸੀ। ਇਸ ਦਾ ਪਿਤਾ ਸ਼ੇਖ ਅਬਦੁਲ ਅਹਿਦ ਚੰਗਾ ਵਿਦਵਾਨ ਸੀ। ਮੁਜੀਦਤ ਨੇ ਮੁੱਢਲੀ ਵਿਦਿਆ ਘਰ ਹੀ ਪੜ੍ਹੀ, ਫਿਰ ਸਿਆਲਕੋਟ ਦੇ ਪ੍ਰਸਿੱਧ ਵਿਦਵਾਨਾਂ ਕਮਾਲ ਕਸ਼ਮੀਰੀ ਤੇ ਯਾਕੂਬ ਕਸ਼ਮੀਰੀ ਕੋਲ ਪੜ੍ਹੇ। ਇਸੇ ਤਰ੍ਹਾਂ ਉਹਨਾਂ ਨੇ ਕਾਦੀ ਬਹਿਲੋਲ ਅਤੇ ਕਾਦੀ ਬੈਜਨਵੀ, ਜੋ ਕਿ ਆਪਣੇ ਸਮੇਂ ਦੇ ਮੰਨੇ ਪਰਮੰਨੇ ਮੁਸਲਿਮ ਵਿਦਵਾਨ ਸਨ, ਕੋਲੋਂ ਇਸਲਾਮ ਦੇ ਧਾਰਮਿਕ ਗ੍ਰੰਥ ਪੜ੍ਹੇ, ਜਿਸ ਦੇ ਉਪਰੰਤ ਉਹ ਉਸ ਸਮੇਂ ਦੇ ਹਿੰਦੁਸਤਾਨ ਦੀ ਰਾਜਧਾਨੀ ਅਕਬਰਾਬਾਦ ਚਲੇ ਗਏ। ਉੱਥੇ ਅਕਬਰ ਦਰਬਾਰੀ ਦੇ ਸ਼ਕਤੀਸ਼ਾਲੀ ਦਰਬਾਰੀ ਅਬਦੁਲ ਫਜ਼ਲ ਅਤੇ ਫੈਦੀ ਨਾਲ ਇਸਦਾ ਮੇਲ ਹੋਇਆ ਅਤੇ ਅਕਬਰੀ ਦਰਬਾਰ ਦੇ ਇਹਨਾਂ ਰਤਨਾਂ ਦੇ ਮੁਜੀਦਤ ਦੀ ਵਿਦਿਆ ਦਾ ਪ੍ਰਭਾਵ ਗ੍ਰਹਿਣ ਕੀਤਾ। ਕੁਝ ਵਰ੍ਹਿਆਂ ਪਿੱਛੋਂ ਮੁਜੀਦਤ ਦਾ ਪਿਤਾ ਉਸ ਨੂੰ ਅਕਬਰਾਬਾਦ ਤੋਂ ਘਰ ਲੈ ਆਇਆ
ਅਤੇ ਰਾਹ ਵਿੱਚ ਇਸ ਦਾ ਨਿਗਾਹ ਥਾਨੇਸਰ ਦੇ ਰਹੀਸ ਸ਼ੇਖ ਸੁਲਤਾਨ ਦੀ ਸ਼ਹਿਜ਼ਾਦੀ ਨਾਲ ਹੋ ਗਿਆ, ਜਿੱਥੋਂ ਇਸ ਨੂੰ ਬਹੁਤ ਧਨ ਪ੍ਰਾਪਤ ਹੋਇਆ। ਸਰਹੰਦ ਆ ਕੇ ਮੁਜੀਦਤ ਨੇ ਇੱਕ ਪੱਕੀ ਹਵੇਲੀ ਤੇ ਮਸਜਿਦ ਆਪਣੇ ਰਹਿਣ ਲਈ ਬਣਾ ਲਈ। ਹੁਣ ਉਸੇ ਥਾਂ ਉੱਤੇ ਉਸ ਦਾ ਮਕਬਰਾ ਬਣਿਆ ਹੋਇਆ ਹੈ। ਸੰਨ 1599 ਵਿੱਚ ਸ਼ੇਖ ਅਹਿਮਦ ਆਪਣੇ ਪਿਤਾ ਦੀ ਮ੍ਰਿਤੂ ਤੋਂ ਪਿੱਛੋਂ ਹਜ ਕਰਨ ਲਈ ਜਾਂਦੇ ਜਾਂਦੇ ਦਿੱਲੀ ਵਿੱਚ ਖਵਾਜਾ ਬਾਕੀ ਬਿਲ੍ਹਾ ਦੇ ਮੁਰੀਦ ਹੋ ਕੇ ਰਹਿ ਗਏ ਅਤੇ ਉੱਥੇ ਹੀ ਆਤਮਿਕ ਯਤਨਾਂ ਦੁਆਰਾ ਤਜ਼ੱਫ ਦੇ ਸਾਧਨਾ ਵਿੱਚ ਸਿੱਧ ਹੋ ਗਏ। ਖਵਾਜਾ ਬਾਕੀ ਬਿਲ੍ਹਾ ਦੀ ਰਾਏ ਆਪਣੇ ਸਰਹੰਦੀ ਮੁਰੀਦ ਬਾਰੇ ਬਹੁਤ ਉੱਚੀ ਸੀ। ਇੱਕ ਚਿੱਠੀ ਵਿੱਚ ਲਿਖਦੇ ਹਨ, ਸ਼ੇਖ ਅਹਿਮਦ ਸਰਹੰਦੀ ਦਾ ਵਾਸੀ ਬੜਾ ਵਿਦਵਾਨ ਅਤੇ ਕਰਨੀ ਦਾ ਸੂਰ ਹੈ। ਕੁਝ ਦਿਹਾੜੇ ਮੈਂ ਉਸ ਦੀ ਸੰਗਤ ਕੀਤੀ ਹੈ। ਮੈਂ ਉਸ ਦੇ ਆਤਮਿਕ ਚਮਤਕਾਰ ਦੇਖ ਕੇ ਅਤੀ ਪ੍ਰਭਾਵਿਤ ਹੋਇਆ ਹਾਂ। ਉਹ ਇੱਕ ਅਜਿਹਾ ਧਾਰਮਿਕ ਦੀਪਕ ਹੈ ਜਿਸ ਦੁਆਰਾ ਕਈ ਲੋਕ ਪ੍ਰਕਾਸ਼ਿਤ ਹੋਣਗੇ। ਖਵਾਜਾ ਬਾਕੀ ਬਿਲ੍ਹਾ ਨੇ ਸ਼ੇਖ ਅਹਿਮਦ ਨੂੰ ਸਰਹੰਦ ਵਿੱਚ ਰਹਿ ਕੇ ਹੀ ਧਰਮ ਪ੍ਰਚਾਰ ਕਰਨ ਦੀ ਆਗਿਆ ਕੀਤੀ। ਇਸ ਤੋਂ ਪਿੱਛੋਂ ਸ਼ੇਖ ਅਹਿਮਦ ਲਾਹੌਰ, ਦਿੱਲੀ, ਆਗਰੇ ਆਉਂਦੇ ਜਾਂਦੇ ਤਾਂ ਰਹੇ, ਪਰ ਉਸ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਸਰਹੰਦ ਹੀ ਰਿਹਾ। ਜਿਸ ਵੇਲੇ ਜਹਾਂਗੀਰ ਮੁਗਲ ਸਾਮਰਾਜ ਦੇ ਤਖਤ ਉੱਤੇ ਬੈਠਾ ਤਾਂ ਸ਼ੇਖ ਫਰੀਦ ਮੁਰਤਜ਼ਾ ਖਾਨ ਮੁਗਲ ਰਾਜ ਦਾ ਬੜਾ ਸ਼ਕਤੀਸ਼ਾਲੀ ਦਰਬਾਰੀ ਹੋ ਚੁੱਕਾ ਸੀ, ਜਿਸ ਕਾਰਨ ਸ਼ੇਖ ਅਹਿਮਦ ਸਰਹੰਦੀ ਦਾ ਤੇਜ ਦਬਦਬਾ ਬਹੁਤ ਵੱਧ ਗਿਆ। ਸੰਨ 1619 ਤੱਕ ਸ਼ੇਖ ਅਹਿਮਦ ਸਰਹੰਦੀ ਦੇ ਮੁਰੀਦ ਸਾਰੇ ਹਿੰਦੁਸਤਾਨ, ਸਗੋਂ ਹਿੰਦੁਸਤਾਨ ਤੋਂ ਬਾਹਰ ਅਫਗਾਨਿਸਤਾਨ, ਤੁਰਕਿਸਤਾਨ ਤੱਕ ਫੈਲ ਚੁੱਕੇ ਸਨ। ਇਹਨਾਂ ਦਿਨਾਂ ਵਿੱਚ ਹੀ ਇਸ ਦਾ ਇੱਕ ਬੜਾ ਜੋਸ਼ੀਲਾ ਮੁਰੀਦ ਬਦੀ-ਉਦੀਨ ਸ਼ਾਹੀ ਲਸ਼ਕਰ ਵਿੱਚ ਪ੍ਰਚਾਰ ਕਰਨ ਗਿਆ ਤੇ ਕਈ ਗੱਲਾਂ ਵਾਧੂ ਘਾਟੂ ਵੀ ਕਹਿ ਬੈਠਾ, ਜਿਸ ਕਾਰਨ ਮੁਜੀਦਤ ਨੂੰ ਜਹਾਂਗੀਰ ਨੇ ਗਵਾਲੀਅਰ ਦੇ ਕਿਲੇ ਵਿੱਚ ਪਾ ਦਿੱਤਾ। ਇਹੋ ਸਮਾਂ ਹੈ ਜਦੋਂ ਕਿ ਇਸ ਨੇ ਮੁਜੀਦਤ ਅਥਵਾ ਧਰਮ ਰੱਖਿਅਕ ਹੋਣ ਦਾ ਦਾਅਵਾ ਕੀਤਾ ਅਤੇ ਸੂਫੀਆਂ ਦੇ ਪ੍ਰਮਾਣਿਤ ਵਹਿਦਤ ਅਲ ਵਜੂਦ ਵਾਲੇ ਸਿਧਾਂਤ ਦੇ ਮੁਕਾਬਲੇ ਉੱਤੇ ਵਹਦਤ ਲਸੂਦ ਦੇ ਸਿਧਾਂਤ ਦਾ ਨਿਰਮਾਣ ਕੀਤਾ। ਮੁਜੀਦਤ ਦੇ ਲਿਖਤ ਪ੍ਰਤਿਕਾ ਸੰਗ੍ਰਹਿ ਦੇ ਪਹਿਲੇ ਦਫ਼ਤਰ ਪ੍ਰਤਿਕਾ 11 ਬਾਬਤ ਮੁਜੀਦਤ ਦੇ ਜੀਵਨ ਵਿੱਚ ਅਤੇ ਉਸ ਤੋਂ ਪਿੱਛੋਂ ਵੀ ਮੁਸਲਮਾਨ ਵਿਦਵਾਨਾਂ ਵਿੱਚ ਬੜੀ ਲੈਅ ਦੇ ਹੋ ਚੁੱਕੀ ਹੈ। ਇਸ ਪੱਤਰਿਕਾ ਵਿੱਚ ਮੁਜੀਦਤ ਆਪਣੇ ਸਮਾਧੀ ਸਥਿਤ ਅਵਸਥਾ ਦੇ ਚਮਤਕਾਰ ਬਾਬਤ ਲਿਖਦਾ ਹੈ। ਇਸ ਲੋਕ ਤੋਂ ਅੱਗੇ ਮੈਂ ਹੋਰ ਵੀ ਕਈ ਲੋਕ ਦੇਖੇ, ਪਹਿਲੇ ਲੋਕ ਤੋਂ ਉੱਪਰਲੇ ਲੋਕ। ਜਦ ਮੈਂ ਪਹੁੰਚਾ ਤਾਂ ਪਤਾ ਲੱਗਾ ਕਿ ਇਸ ਲੋਕ ਵਿੱਚ ਹਜ਼ਰਤ ਜਨ ਨੂਰੀਨ ਦਾ ਨਿਵਾਸ ਹੈ। ਬਾਕੀ ਖਲੀਫਿਆਂ ਦਾ ਵੀ ਇੱਥੇ ਆਉਣਾ ਜਾਣਾ ਹੈ। ਇਸ ਤੋਂ ਅੱਗੇ ਇੱਕ ਹੋਰ ਲੋਕ ਆਇਆ, ਪਤਾ ਲੱਗਿਆ ਕਿ ਇੱਥੇ ਹਜ਼ਰਤ ਫਾਰੂਕ ਦਾ ਨਿਵਾਸ ਹੈ। ਇਸ ਤੋਂ ਉੱਪਰ ਹਜ਼ਰਤ ਸਦੀਕ ਦਾ ਲੋਕ ਦ੍ਰਿਸ਼ਟਮਾਨ ਹੋਇਆ। ਮੈਂ ਉੱਥੇ ਵੀ ਪੁੱਜਾ। ਇਸ ਤੋਂ ਉੱਤੇ ਉਹ ਲੋਕ ਮੈਂ ਦੇਖਿਆ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਸੁਸ਼ੋਭਿਤ ਹਨ। ਇਸ ਤੋਂ ਉੱਚਾ ਕੋਈ ਹੋਰ ਲੋਕ ਮੇਰੇ ਦ੍ਰਿਸ਼ਟੀਗੋਚਰ ਦਾ ਨਹੀਂ ਹੋਇਆ। ਇਸ ਪ੍ਰਕਾਰ ਦੇ ਧਿਆਨ ਸਮਾਧੀ ਦੇ ਚਮਤਕਾਰ ਉੱਤੇ ਹੀ ਸ਼ੇਖ ਸਰਹੰਦੀ ਨੇ ਆਪਣੇ ਮੁਜੀਦਤ ਪਦ ਪ੍ਰਾਪਤੀ ਦੀ ਨੀਂਹ ਰੱਖੀ ਸੀ, ਪਰ ਉਸਦੇ ਮੁਰੀਦਾਂ ਦਾ ਪਰਪੱਕ ਵਿਸ਼ਵਾਸ ਸੀ ਕਿ ਸ਼ੇਖ ਵਿਸ਼ਵ ਦਾ ਕਯੂਮ ਹੈ। ਕਯੂਮ ਪਦ ਕੀ ਹੈ? ਇਸ ਬਾਬਤ ਮੁਜੀਦ ਦੇ ਆਪਣੇ ਪੱਤਰਾਂ ਵਿੱਚ ਕੋਈ ਵਿਸਥਾਰ ਨਹੀਂ, ਪਰ ਮੁਜੀਦਤ ਦੇ ਜਾਂਚਿਨ ਖਵਾਜਾ ਮਸੂਮ ਦੇ ਰਚਿਤ ਗ੍ਰੰਥ ਰੋਦਤ ਅਲ ਕਿਊਮੀਹ ਵਿੱਚ ਕਿਊਮ ਪਦ ਦਾ ਨਿਰਣੈ ਕੀਤਾ ਗਿਆ ਹੈ। ਕਿਊਮ ਉਹ ਹੈ ਜਿਸ ਦੇ ਅਧੀਨ ਸਰਵਨਾਮ, ਰੁੱਖ, ਵਸਤੂ, ਗਣ, ਧਾਤੂ, ਧਰਮ ਹਨ ਅਤੇ ਜਿਸ ਦੀ ਅਮਿਤ ਆਭਾ ਦੇ ਪ੍ਰਕਾਸ਼ ਹੇਠਾਂ ਸਭ ਸ੍ਰਿਸ਼ਟੀਆਂ, ਮਨੁੱਖ, ਪੰਖੀ, ਬਨਸਪਤੀ, ਜੀਵ ਜੰਤੂ, ਪੱਥਰ, ਬਿਰਖ, ਉਬ, ਪਯਾਲ, ਲੇਖ, ਲੇਖਨ ਸਮੱਗਰੀ, ਗ੍ਰਹਿ, ਤਾਰੇ, ਸੂਰਜ, ਚੰਦਰਮਾ, ਆਕਾਸ਼, ਨਕਸ਼ਤਰ ਹਨ। ਸਭ ਕੁਝ ਉਸਦੇ ਹੁਕਮ ਦੀ ਖੇਡ ਹੀ ਹੈ। ਬਰਖਾ ਦਾ ਇੱਕ ਤੁਪਕਾ ਉਸਦੀ ਆਗਿਆ ਬਿਨਾ ਨਹੀਂ ਡਿੱਗਦਾ ਅਤੇ ਸੰਸਾਰ ਦੇ ਸੁੱਖ ਦੁੱਖ, ਜੀਵਨ, ਮ੍ਰਿਤਿਉ ਕੁਝ ਵੀ ਉਸਦੇ ਹੁਕਮ ਤੋਂ ਬਾਹਰ ਨਹੀਂ ਹੈ। ਖਿਨਪਲ, ਘੜੀਆਂ, ਪਹਿਰ, ਤਿਥਾਂ, ਦਿਨ ਰਾਤ, ਨੇਕੀ, ਬਦੀ, ਖਾਦ, ਪਦਾਰਥਾਂ ਦੀ ਉਪਜ, ਤਾਤਪਰਜ ਇਹ ਕਿ ਜੋ ਕੁਝ ਸੋਚਿਆ ਤੇ ਵਿਚਾਰਿਆ ਜਾ ਸਕਦਾ ਹੈ, ਕੁਝ ਵੀ ਤਿੰਨ ਕਾਲ ਉਸਦੀ ਆਗਿਆ ਤੇ ਉਸਦੇ ਹੁਕਮ ਤੋਂ ਬਾਹਰ ਨਹੀਂ। ਜੋ ਸਾਧੂ, ਸੰਤ, ਹਠੀ, ਤਪੀ, ਗਿਆਨੀ, ਧਿਆਨੀ, ਤੀਰਥਾਂ, ਧਾਰਮਿਕ ਅਸਥਾਨਾਂ, ਪਹਾੜਾਂ,
ਕੰਤਰਾਂ ਜੰਗਲਾਂ ਵਿੱਚ, ਨਦੀਆਂ ਕਿਨਾਰੇ ਪ੍ਰਭੂ ਭਗਤੀ ਆਤਮ ਸਾਧਨਾ ਵਿੱਚ ਲੀਨ ਹਨ। ਉਹ ਸਭ ਉਸ ਦੀ ਇੱਛਾ ਅਨੁਸਾਰ ਇਉਂ ਹਨ, ਭਾਵੇਂ ਉਹਨਾਂ ਨੂੰ ਇਸ ਮਰਮ ਦਾ ਪਤਾ ਹੀ ਨਾ ਹੋਵੇ, ਅਤੇ ਜਦੋਂ ਤੱਕ ਉਹਨਾਂ ਦੀ ਸ਼ਰਧਾ, ਤਪੱਸਿਆ, ਕਰਨੀ ਕਮਾਈ ਕਯੂਮ ਪ੍ਰਵਾਨ ਨਹੀਂ ਕਰਦਾ, ਅੱਲਾਹ ਤਾਲਾ ਦੇ ਘਰ ਕਬੂਲ ਨਹੀਂ ਹੁੰਦੀ। ਐਸੇ ਸਰਵਉੱਚ ਮਹਾਸਥਾਨ ਪ੍ਰਾਪਤ ਪੰਜ ਧਿਆਨੀ ਬੁੱਧ ਸ਼੍ਰੋਮਣੀ ਕਯੂਮ ਸਾਹਮਣੇ ਗੁਰੂ ਅਰਜਨ ਦੇਵ ਜੀ ਵਰਗੇ ਨਿਰਮਾਣ ਨਿਮਰਤਾ ਪੁੰਜ ਬ੍ਰਹਮ ਗਿਆਨੀ ਦੀ ਕੀ ਵਟਿੰਦੀ ਸੀ, ਬ੍ਰਹਮ ਗਿਆਨੀ ਦੀ ਕੀ ਵਟਿੰਦੀ ਸੀ। ਅਤੇ ਸਿੱਖ ਮਤ ਦਾ ਉਥਾਨ ਇਸੇ ਮਹਿਕੇ ਜ਼ੋਰ ਨਾਲ ਜੀਵਨ ਮਰਨ ਦੀ ਬਾਜ਼ੀ ਨਾ ਲਾਉਂਦਾ ਤਾਂ ਹੋਰ ਰਾਹ ਵੀ ਕਿਹੜਾ ਸੀ। ਮੁਜੀਦਦ ਨੇ ਸੂਫੀ ਇਸਲਾਮ ਵਹਿਦਤ ਅਲ ਵਜੂਦ ਦੇ ਮੂਲ ਸਿਧਾਂਤ ਦੀ ਕਾਟ ਕਰਨ ਲਈ ਜੋ ਵਹਦਤ ਤਲ ਲਸੂਦ ਦਾ ਦਰਸ਼ਨ ਪ੍ਰਚਾਰਿਆ, ਉਹ ਕੀ ਹੈ? ਇਹ ਦੋਨੋਂ ਸਿਧਾਂਤ ਬ੍ਰਹਮ ਅਤੇ ਸੰਸਾਰ ਦੇ ਸੰਬੰਧਾਂ ਦੇ ਵਿਆਖਿਅਕ ਹਨ। ਤਜ਼ੁਫ ਦੀ ਪ੍ਰਸਿੱਧ ਪੁਸਤਕ ਹੈ ਤਦਕਰਾਏ ਗੋਥੀਜਿਆ, ਜਿਸ ਵਿੱਚ ਇਹਨਾਂ ਦੋ ਸਿਧਾਂਤਾਂ ਦਾ ਅੰਤਰ ਇਉਂ ਸਮਝਾਇਆ ਹੋਇਆ ਹੈ। ਸੱਤ ਇੱਕ ਹੈ, ਪਰੰਤੂ ਇੱਕ ਪ੍ਰਤੱਖ ਵਸਤੂ ਹੈ ਅਤੇ ਇੱਕ ਪ੍ਰੋਕ ਧਾਤੂ ਇੱਕ ਨੂਰ ਦੀ ਨਿਆਈ ਹੈ ਜੋ ਸਭ ਦੀ ਸ੍ਰਿਸ਼ਟੀ ਦੀ ਆਤਮਾ ਹੈ। ਇਸੇ ਪ੍ਰੋਕ ਨੂਰ ਦਾ ਪਰਛਾਵਾਂ ਪਰਤੋ ਦ੍ਰਿਸ਼ਟੀਮਾਨ ਸ੍ਰਿਸ਼ਟੀ ਹੈ ਅਤੇ ਆਧਾਰ ਇਸ ਅਨੇਕਤਾ ਦਾ ਉਹ ਨੂਰੀ ਏਕਤਾ ਹੈ, ਜਿਵੇਂ ਕਿ ਨਦੀ ਤਰੰਗਾਂ ਦਾ ਅਸਲਾ ਨਦੀ ਜਲ ਹੀ ਹੈ। ਤਾਤਪਰਾਜ ਇਹ ਹੈ ਕਿ ਸੰਸਾਰ ਦਾ ਨਾਮ ਰੂਪੀ ਬ੍ਰਹਮ ਦਾ ਪਸਾਰ ਹੀ ਹੈ ਅਤੇ ਇਸ ਅਨੇਕਤਾ ਦਾ ਸਾਰਾਂਸ਼ ਬ੍ਰਹਮ ਦੀ ਏਕਤਾ ਹੀ ਹੈ। ਇਹ ਵਹਦਤ ਲਵਜੂਦ ਦਾ ਸਿਧਾਂਤ ਹੈ। ਵਹਦਤ ਲਸ਼ਹੂਦ ਦੇ ਸਿਧਾਂਤ ਦਾ ਨਿਰਣੈ ਇਉਂ ਹੈ ਕਿ ਸ੍ਰਿਸ਼ਟੀ ਅਤੇ ਗੁਣ ਧਾਤੂ ਦਾ ਨਿਤ ਪ੍ਰਵਾਹ ਬ੍ਰਹਮ ਦਾ ਪਰਤ ਤੇ ਪਰਛਾਵਾਂ ਹੈ, ਜੋ ਕਿ ਨਾਸ਼ਵਾਨ ਸੰਸਾਰ ਵਿੱਚ ਵਿਦਿਤ ਹੈ। ਇਹ ਪਰਤੋ ਬ੍ਰਹਮ ਰੂਪ ਨਹੀਂ, ਬ੍ਰਹਮ ਦ੍ਰਿਸ਼ਟਾਂਤ ਹੈ। ਇਹ ਦੋਨੋਂ ਸਿਧਾਂਤ ਬ੍ਰਹਮ ਅਤੇ ਸੰਸਾਰ ਦੇ ਸੰਬੰਧਾਂ ਦੇ ਵਿਆਖਿਅਕ ਹਨ। ਤਜ਼ੁਫ ਦੀ ਪ੍ਰਸਿੱਧ ਪੁਸਤਕ ਹੈ ਤਦਕਰਾਏ ਗੋਥੀਜਿਆ। ਮੁਜੱਜਦ ਦੇ ਵਹਦਤ ਲਸਹੂਦ ਦੇ ਸਿਧਾਂਤ ਦਾ ਨਿਰਮਾਣ ਕਰਨ ਦੇ 100 ਵਰ੍ਹੇ ਪਿੱਛੋਂ ਸ਼ਾਹ ਵਲੀਉੱਲਾ ਨੇ ਆਪਣੀ ਪ੍ਰਸਿੱਧ ਪੁਸਤਕ ਮਕਤੂਬੀ ਮੰਦਨੀ ਵਿੱਚ ਇਹ ਸਿੱਧ ਕੀਤਾ ਸੀ ਕਿ ਵਹਿਦਤ ਅਲ ਵਜੂਦ ਤੇ ਵਹਿਦਤ ਅਲ ਲਸੂਦ ਦਰਅਸਲ ਇੱਕੋ ਸਿਧਾਂਤ ਹੈ। ਬਾਕੀ ਐਵੇਂ ਸ਼ਾਬਦਿਕ ਭਿੰਨਤਾ ਹੈ। ਨਿਰਾ ਵਿੰਟਿੰਟਾਵਾਦ ਕਿਵੇਂ ਵੀ ਹੋਵੇ ਕਿ ਇਸ ਗੱਲ ਉੱਤੇ ਹੀ ਹਿੰਦੁਸਤਾਨ ਦੀ ਮੁਸਲਿਮ ਤਾਰੀਖ ਵਿੱਚ ਇਤਨੇ ਭਿਅੰਕਰ ਖੁਰੇਜ਼ ਰਕਤ ਤਰਸਾਵ ਹੋਏ। ਨਵਾਬ ਸਰ ਅਹਿਮਦ ਹੁਸੈਨ ਨਿਜ਼ਾਮ ਜੰਗ ਬਹਾਦਰ ਨੇ ਆਪਣੀ ਰਚਿਤ ਪੁਸਤਕ ਫਲਸਫੇ ਫੁਕਰਾ ਦੇ ਵਿੱਚ ਦਰਸਾਇਆ ਹੈ ਕਿ ਇਹ ਦੋਨੋਂ ਸਿਧਾਂਤ ਇਤਨੇ ਦਾਰਸ਼ਨਿਕ ਭੇਦ ਨਹੀਂ ਜਿਤਨੇ ਕਿ ਮਨੋਵਰਿਤੀ ਭੇਦ ਦੇ ਲਖਾਇਕ ਹਨ, ਅਤੇ ਇਸ ਭੇਦ ਦਾ ਇੱਕ ਚਿੱਤਰ ਉਹਨਾਂ ਨੇ ਆਪਣੀ ਉਪਰੋਕਤ ਪੁਸਤਕ ਵਿੱਚ ਅੰਕਿਤ ਕੀਤਾ ਹੈ, ਜੋ ਕਿ ਹੇਠਾਂ ਦਿੰਦੇ ਹਾਂ। ਵਹਦਤ ਅਲ ਵਜੂਦ सिद्धांत। पहला सिद्धांत, हमें उस्तर्त या अंदर, हम उस्तर्त सर्व ब्रह्म अथवा सर्व ब्रह्मांतर। दूजा मनोवृत्ति शांतिप्रद, आत्मा परमात्मा विच भेद नहीं, ब्रह्म सुंदर अते मैं बूंद हाँ। तीसरा विश्वास, मैं कौन, ब्रह्मासिम वह तल शहूद। पहला सिद्धांत, हमें अजू सत्र, ब्रह्म सर्व सृष्टि का सोमा सर्व विनाशिया है। दूजा मनोवृत्ति उत्साहजनक, मैं उसकी हजूरी विच अते ओह मेरे अंग संग है। तीजा विश्वास, मैं कौन, दास ते भगत। इब्निल अरबी, जिसनों सूफी मत दे वहदत अल वजूद के सिद्धांत का निर्माता मनिया जाता है, उसकी एक अरबी कविता है जिसका अनुवाद यह है। अज तो पहला मेरा ये विचार सी कि जदों किसी का धर्म विचार मेरे नाल मेल ना खांदा, मैं उसनूं गैर ते बेगाना समझदा। हुण मैं हर रूप नूं प्रवान करदा हाँ। मेरा दिल हुण हरना दे चरण दी हरी हरी चारागाह है अते सन्यासियां दा मठ है अते अग्नि पूजा दा ज्वाला मंदिर है ते हाजियां दा काबा है अते कुरान दा ग्रंथ है। इस दे उल्ट वहदत अल शहूद दे सिद्धांत दे निर्माता मुजिद्दद दी मनोवृत्ति इउं है कि इसकी पत्रिका संग्रह मकतूबाती आमिन रबानी विच एक पत्तर किसी हिंदू हिरदे दे नाम है, जिस विच
ਹਿਰਦੇ ਰਾਮ ਦੇ ਉਸ ਪੱਤਰ ਦਾ ਉੱਤਰ ਹੈ ਜਿਸ ਵਿੱਚ ਹਿਰਦੇ ਰਾਮ ਨੇ ਮੁਜੀਦਤ ਉੱਤੇ ਬੜਾ ਪ੍ਰੇਮਾ ਭਗਤੀ ਪ੍ਰਗਟਾਉਂਦਿਆਂ ਕਿਹਾ ਸੀ ਕਿ ਰਾਮ ਤੇ ਰਹੀਮ ਇੱਕੋ ਹਨ। ਇਸ ਪੱਤਰ ਵਿੱਚ ਮੁਜੀਦਤ ਲਿਖਦਾ ਹੈ, ਰਾਮ ਕ੍ਰਿਸ਼ਨ ਆਦਿ ਜੋ ਹਿੰਦੂਆਂ ਦੇ ਪੂਜ ਹਨ, ਉਹ ਅੱਲਾਹ ਤਾਲਾ ਦੀ ਕਮੀਨਾ ਮਖਲੂਕ ਹਨ। ਉਹਨਾਂ ਨੇ ਮਾਤਾ ਦੇ ਉਦਰ ਤੋਂ ਹੀ ਜਨਮ ਲਿਆ, ਨੁਤਵੇ ਤੋਂ ਸਨ। ਰਾਮ ਜਸਰਥ ਦਾ ਪੁੱਤਰ, ਲਛਮਣ ਦਾ ਭਾਈ ਤੇ ਸੀਤਾ ਦਾ ਪਤੀ ਸੀ। ਜਿਹੜਾ ਰਾਮ ਆਪਣੀ ਇਸਤਰੀ ਨੂੰ ਸੰਭਾਲ ਨਹੀਂ ਸਕਿਆ, ਉਹ ਦੂਜਿਆਂ ਦੀ ਕੀ ਸਹਾਇਤਾ ਕਰੇਗਾ। ਬੁੱਧੀ ਤੇ ਸਮਝ ਨਾਲ ਪੈਰ ਪੁੱਟਣੇ ਚਾਹੀਦੇ ਹਨ, ਪੂਰਵਜਾਂ ਪਿੱਛੇ ਨਹੀਂ ਚੱਲਣਾ ਚਾਹੀਦਾ। ਸ਼ਰਮ ਦੀ ਗੱਲ ਹੈ ਕਿ ਕੋਈ ਸਾਰੀ ਸ੍ਰਿਸ਼ਟੀ ਦੇ ਰਚਨਹਾਰ ਨੂੰ ਰਾਮ ਤੇ ਕ੍ਰਿਸ਼ਨ ਦੇ ਨਾਮ ਨਾਲ ਯਾਦ ਕਰੇ। ਇਹ ਇਉਂ ਹੈ ਜਿਵੇਂ ਕਿਸੇ ਚੱਕਰਵਰਤੀ ਰਾਜੇ ਨੂੰ ਚੂੜਾ ਤੇ ਭੰਗੀ ਆਖੀਏ। ਰਾਮ ਤੇ ਰਹੀਮ ਨੂੰ ਇੱਕੋ ਸਮਝਣਾ ਮਹਾਮੂਰਖਤਾ ਹੈ। ਨਵਾਬ ਸ਼ੇਖ ਫਰੀਦ ਮੁਹਤਜ਼ਾ ਖਾਨ ਦੇ ਨਾਮ ਇੱਕ ਪੱਤਰਕਾ ਵਿੱਚ ਮੁਜੀਦਤ ਲਿਖਦਾ ਹੈ, ਮੇਰੀ ਇਹੋ ਪ੍ਰਬਲ ਇੱਛਾ ਹੈ ਕਿ ਖੁਦਾ ਦੇ ਸ਼ਤਰੂ ਤੇ ਪੈਗੰਬਰ ਦੇ ਦੁਸ਼ਮਣਾਂ ਨਾਲ ਪੁੱਜ ਕੇ ਤੱਦੀ ਕੀਤੀ ਜਾਵੇ। ਇਹਨਾਂ ਦਾ ਮਹਾ ਤਿਰਸਕਾਰ ਹੋਣਾ ਚਾਹੀਏ ਅਤੇ ਇਹਨਾਂ ਅਪਾਗਿਆਂ ਦਾ ਮਾਣ ਭੰਗ ਕਰਨਾ ਚਾਹੀਏ। ਨਿਤ ਪ੍ਰਤੀ ਨਿਸ਼ਚੇ ਕਰਕੇ ਮੰਨੋ ਕਿ ਖੁਦਾ ਨੂੰ ਪ੍ਰਸੰਨ ਕਰਨ ਦਾ ਇਸ ਨਾਲੋਂ ਸੁਗਮ ਸਾਧਨ ਹੋਰ कोई नहीं है। एक और पत्रिका है, पर इस्लाम की इज्जत कुफर और काफिरों की खवारी में है। जिसने अहल कुफर को अजीज रखा, उसने अहल इस्लाम को ख्वार किया। इनको अजीज रखने से फक्त ताज़ीम करना और बुलंद बिठाना ही मुराद नहीं, बल्कि अपनी मजलिसों में जगह देना और इनकी हम निशानी करना और इनके साथ गुफ्तगू करना सब एजाज में शामिल है। कुत्तों की तरह इनको दूर करना चाहिए। मुर्तज़ा खान गुरु अर्जन देव जी के कातल ने नाम मुजीद की एक होर चिट्ठी, इस्लाम और अहल इस्लाम की इज्जत कुफर और अहल कुफर की खवारी में है। जजिया ये मकसूद बाब कुफार गैर मुसलमानों की खवारी और इनकी एहानत है। जिस कदर अहल कुफर की इज्जत है, इसी कदर इस्लाम की जिल्लत होती है। इस सर रिश्ते को अच्छी तरह निगाह में रखना चाहिए। अक्सर लोगों ने इस सर रिश्ते को गुम कर दिया है और दीन को बर्बाद कर दिया है। मुर्तज़ा खान ਨੂੰ ਜਦੋਂ ਜਹਾਂਗੀਰ ਨੇ ਸਨ 1615 ਵਿੱਚ ਕਾਂਗੜੇ ਦੇ ਪ੍ਰਾਚੀਨ ਕੋਟ ਨੂੰ ਪਰਾਜੈ ਕਰਨ ਦੀ ਆਗਿਆ ਕੀਤੀ ਤਾਂ ਮੁਰਤਜ਼ਾ ਖਾਨ ਅਗਲੇ ਸਾਲ ਪਠਾਨਕੋਟ ਪਹੁੰਚ ਕੇ ਰਾਹ ਵਿੱਚ ਹੀ ਮਰ ਗਿਆ ਸੀ। मुजीदत ने जो आखिरी पत्र मुर्तज़ा खान के नाम लिखा सी वो इस प्रकार है, इन बदबख्तों और इन छोटे खुदाओं कांगड़ा कोटी के मंदिरों या प्राचीन देव मूर्तियां की तहकीर और तौहीन भ्रष्ट करने में बहुत कोशिश करनी चाहिए। इन लोगों की बर्बादी की कोशिश करनी चाहिए। बदन की कमजोरी और सर्दी की शिद्दत मान्य है, वरना यह फकीर खुद हाजिर खिदमत होकर इस पत्थर पर थूकता और इसको अपनी सियादत का सरमाया समझता है। एक होर चिट्ठी विच नवाज मुर्तज़ा खान नूं इउं चुक दित्ती है, हिंदुस्तान विच हिंदुआं कोलों जजिया लेना बंद हो गया है। इसका कारण यह है कि हुण पातशाह दे दरबार विच हिंदुआं दी पुछ होण लग पई है। हिंदुस्तान विच गऊ बद नालों उत्तम इस्लाम करम ते पुन दा कम होर नहीं है। मुजीदत दा ਇਹ ਅਟਲ ਵਿਸ਼ਵਾਸ ਸੀ ਕਿ ਹਿੰਦੁਸਤਾਨ ਵਿੱਚ ਇਸਲਾਮ ਦੀ ਰੱਖਿਆ ਤਦ ਹੀ ਹੋ ਸਕਦੀ ਹੈ ਜੇ ਹਿੰਦੂਆਂ ਅਤੇ ਹਿੰਦੂ ਧਰਮ ਦੀ ਹਾਨੀ ਕੀਤੀ ਜਾਵੇ। ਹਿੰਦੁਸਤਾਨ ਅਤੇ ਪਾਕਿਸਤਾਨ ਵਿੱਚ ਜੋ ਇਸਲਾਮ ਦੀ ਪ੍ਰਮੁੱਖ ਰੂਪਰੇਖਾ ਹੈ, ਉਸ ਦੇ ਨੇਤਾ ਸਰ ਸੈयद ਅਹਿਮਦ ਇਕਬਾਲ, ਮੌਲਾਨਾ ਅਬਦੁਲ ਕਲਾਮ ਆਜ਼ਾਦ ਸਭ ਮੁਜੀਦਤ ਦੇ ਸ਼ਰਧਾਲੂ ਤੇ ਪੈਰੋਕਾਰ ਹਨ। ਸ਼ੇਖ ਅਹਿਮਦ ਦਾ ਪ੍ਰਭਾਵ ਇਸਲਾਮ ਦੀ ਵਿਚਾਰਧਾਰਾ ਉੱਤੇ ਨਾ ਕੇਵਲ ਹਿੰਦੁਸਤਾਨ ਵਿੱਚ ਸਗੋਂ ਹਿੰਦੁਸਤਾਨ ਤੋਂ ਬਾਹਰ ਮੱਧ ਏਸ਼ੀਆ ਵਿੱਚ ਅਤੇ ਤੁਰਕੀ ਸਮਰਾਜ ਦੇ ਕੁਝ ਖੰਡਾਂ ਵਿੱਚ ਬੜਾ ਡੂੰਘਾ ਪਿਆ ਹੈ। ਇਹ ਸ਼ੁੱਧ ਪਿਛੋਕੜ ਹੈ ਸਿੱਖਾਂ ਦੇ ਮੁਗਲ ਸਮਰਾਜ ਨਾਲ, ਕਾਬਲ ਸਮਰਾਜ ਨਾਲ ਅਤੇ ਹਿੰਦੁਸਤਾਨ ਦੇ ਸਿਆਸੀ ਇਸਲਾਮ ਨਾਲ ਸੰਘਰਸ਼ ਦਾ। ਅਕਾਲ ਚੈਨਲ ਦੇ YouTube ਚੈਨਲ ਅਕਾਲ ਆਡੀਓ ਬੁੱਕਸ ਤੇ ਤੁਸੀਂ ਸੁਣ ਰਹੇ ਸੀ ਲੇਖਕ ਸਰਦਾਰ ਕਪੂਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਰਾਜ ਕਰੇਗਾ ਖਾਲਸਾ ਤੇ ਹੋਰ ਨਿਬੰਧ ਦਾ 15ਵਾਂ ਅਧਿਆਇ
ਸਿੱਖ ਇਸਲਾਮ ਸੰਘਰਸ਼ ਦਾ ਸਿਧਾਂਤਕ ਪਿਛੋਕੜ। ਹੁਣ ਮੈਨੂੰ ਸੰਦੀਪ ਸਿੰਘ ਨੂੰ ਦਿਓ ਇਜਾਜ਼ਤ ਤੇ ਜਲਦੀ ਹੀ ਲੈ ਕੇ ਆਵਾਂਗਾ ਇਸੀ ਕਿਤਾਬ ਦਾ ਅਗਲਾ ਅਧਿਆਇ, ਜਿਸ ਦਾ ਨਾਮ ਹੈ ਸੂਫੀ ਮਤ ਦਾ ਨਿਕਾਸ ਤੇ ਵਿਕਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।